ਗੁੱਡ ਮਾਰਨਿੰਗ ਆਲ ਆਫ ਯੂ। ਅੱਜ ਦੀ ਕਰੰਟ ਅਫੇਅਰ ਕਲਾਸ ਵਿੱਚ ਆਪਾਂ ਕਵਰ ਕਰਾਂਗੇ 19 ਫੈਬ ਤੋਂ ਲੈ ਕੇ 24 ਫੈਬ ਦਾ ਕਰੰਟ ਅਫੇਅਰ। ਕਾਫੀ ਇੰਪੋਰਟੈਂਟ ਨਿਊਜ਼ ਆਪਣੀ ਹੋਣਗੀਆਂ ਅੱਜ ਦੀ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਸੋ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਵੇਖਣਾ ਹੈ। ਫਸਟ ਨਿਊਜ਼ ਤੋਂ ਸਟਾਰਟ ਕਰਦੇ ਆ। AI ਇੰਪੈਕਟ ਸਮਿਟ 2027 ਕਿੱਥੇ ਹੋਣ ਜਾ ਰਹੀ ਹੈ? ਜਨੇਵਾ ਸਵਿਟਜ਼ਰਲੈਂਡ ਦੇ ਵਿੱਚ। ਸੋ ਰੀਸੈਂਟਲੀ ਆਪਣੀ ਜੋ AI ਇੰਪੈਕਟ ਸਰਵਿਸ 2026 ਦੀ ਨਿਊ ਦਿੱਲੀ ਦੇ ਵਿੱਚ ਕਨਕਲੂਡ ਹੋਈ ਹੈ ਐਂਡ ਕਾਫੀ ਇੰਪੋਰਟੈਂਟ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇਹ ਸਮਿਟ ਬਣ ਜਾਂਦੀ ਹੈ। ਨੈਕਸਟ ਸਮਿਟ ਕਿੱਥੇ ਹੋਊਗੀ ਉਹ ਆਪਣੇ ਅਨਾਊਂਸ ਹੋ ਚੁੱਕਿਆ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ। ਐਂਡ 2025 ਦੀ ਸਮਿਟ ਕਿੱਥੇ ਹੋਈ ਸੀਗੀ? ਪੈਰਿਸ ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਿਓ। Next news is Kerala government to issue nativity cards as an authoritative identity document for availing state services. So ਕੇਰਲਾ ਨੇ ਨੈਟੀਵਿਟੀ ਕਾਰਡ ਇਸ਼ੂ ਕੀਤੇ ਆ। ਕੁਝ ਸਟੇਟ ਸਰਵਿਸਿਜ਼ ਇਹੋ ਜਿਹੀਆਂ ਹੋਣਗੀਆਂ ਜੋ ਸਿਰਫ ਕੇਰਲ ਦੇ ਵਾਸੀ ਹੀ ਲੈ ਪਾਣਗੇ, ਉਹਦੇ ਲਈ ਨੈਟੀਵਿਟੀ ਕਾਰਡ ਜੋ ਹੈ ਇਸ਼ੂ ਕੀਤਾ ਗਿਆ। ਨੈਕਸਟ ਇਜ਼ ਬੁੱਕ ਤੋਂ ਰਿਲੇਟਡ ਨਿਊਜ਼ ਹੈਗੀ ਹੈ। ਡਾਕਟਰ ਸ਼ਸ਼ੀ ਥਰੂਰ ਨੇ ਬੁੱਕ ਲਿਖੀ ਹੈ। ਬੁੱਕ ਦਾ ਨਾਮ ਕੀ ਹੈਗਾ? ਦ ਸੇਜ ਹੂ ਰੀਇਮੈਜਿਨਡ ਹਿੰਦੂਇਜ਼ਮ, ਦ ਲਾਈਫ ਲੈਸਨਸ ਐਂਡ ਲੈਗੇਸੀ ਆਫ ਸ਼੍ਰੀ ਨਾਰਾਇਣ ਗੁਰੂ। ਇਹਨਾਂ ਬਾਰੇ ਆਪਾਂ ਹਿਸਟਰੀ ਦੇ ਵਿੱਚ ਪੜ੍ਹਦੇ ਨੇ। ਸੋ ਇਹ ਬੁੱਕ ਕਾਫੀ ਇੰਪੋਰਟੈਂਟ ਹੋ ਜਾਂਦੀ ਹੈ ਬਿਕੋਜ਼ ਸ਼ਸ਼ੀ ਥਰੂਰ ਆਪਣੇ MP ਹੈਗੇ ਕਾਂਗਰਸ ਤੋਂ, ਐਂਡ ਇਸ ਲਈ ਕਾਫੀ ਇੰਪੋਰਟੈਂਟ ਬਣ ਜਾਂਦੀ ਹੈ। ਇੰਪੋਰਟੈਂਟ ਪਰਸਨੈਲਿਟੀ ਦੁਆਰਾ ਲਿਖੀ ਗਈ ਬੁੱਕ ਹੈਗੀ ਆ। ਨੈਕਸਟ ਵੀ ਕਾਫੀ ਇੰਪੋਰਟੈਂਟ ਬੁੱਕ ਹੈਗੀ ਆ ਦ ਗੈਲਰੀ ਆਫ ਅਪਸਾਈਡ ਡਾਊਨ ਵੂਮੈਨ। ਇਹ ਕਿਹਨਾਂ ਨੇ ਲਿਖਿਆ? ਅਰੁੰਧਤੀ ਸੁਬਰਮਨਿਅਮ ਨੇ। ਇਹ ਵੀ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਿਓ। ਨੈਕਸਟ ਇਜ਼ ਨੰਦੋੜ ਸੈਂਚੁਰੀ ਐਂਡ ਟਾਈਗਰ ਰਿਜ਼ਰਵ ਨਿਊਜ਼ ਦੇ ਵਿੱਚ ਸੀਗਾ। ਕਿਹੜੀ ਸਟੇਟ ਦੇ ਵਿੱਚ ਲਾਈ ਕਰਦਾ? ਉੱਤਰਾਖੰਡ ਦੇ ਵਿੱਚ। ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਇੱਥੇ ਇੱਕ ਸਮੂਥ ਕੋਟਿਡ ਓਟਰ ਨੂੰ ਸਪੋਰਟ ਕੀਤਾ ਗਿਆ। ਠੀਕ ਹੈ ਜੀ। ਜੋ ਸਮੂਥ ਕੋਟਿਡ ਓਟਰ ਕੁਝ ਇਹੋ ਜਿਹਾ ਦਿਖਦਾ ਗਾ। ਇਹ ਸੈਮੀ ਐਕੁਐਟਿਕ ਮੈਮਲ ਹੈਗਾ। ਵੈਸੇ ਤਾਂ ਮੈਮਲ ਹੈਗਾ ਬਟ ਇਹ ਪਾਣੀ ਦੇ ਵਿੱਚ ਵੀ ਸਵਿਮ ਕਰ ਸਕਦਾ ਗਾ। ਐਂਡ ਇਹਦਾ IUCN ਸਟੇਟਸ ਕੀ ਹੈਗਾ? ਵਲਨਰੇਬਲ। ਠੀਕ ਹੈ, ਤੁਸੀਂ ਇਹਦੇ ਵਿੱਚ ਯਾਦ ਕੀ ਰੱਖਣਾ ਹੈ ਕਿ ਟਾਈਗਰ ਰਿਜ਼ਰਵ ਕਿੱਥੇ ਲਾਈ ਕਰਦਾ ਗਾ ਐਂਡ ਇਹਦਾ IUCN ਸਟੇਟਸ ਕੀ ਹੈਗਾ। ਨੈਕਸਟ ਇਜ਼ ਕਸ਼ਮੀਰ ਦੇ ਸਾਇੰਟਿਸਟ ਨੇ ਇੱਕ ਵੀਟ ਦੀ ਵੈਰਾਈਟੀ ਬਣਾਈ ਹੈ ਜੋ ਕਿ ਅਰਲੀ ਮੈਚੋਰ ਹੋਊਗੀ। ਸੋ ਜਿੰਨਾ ਟਾਈਮ ਹੁਣ ਵੀਟ ਮੈਚੋਰ ਹੋਣ ਤੇ ਪੱਕਣ ਤੇ ਲਾਉਂਦੀ ਹੈ ਉਸ ਤੋਂ ਪਹਿਲਾਂ ਜੋ ਹੈ ਉਹ ਪੱਕ ਜਾਊਗੀ, ਤਾਂ ਕਿ ਜੋ ਪੈਡੀ ਤੇ ਵੀਟ ਦੀ ਜੋ ਕਲਟੀਵੇਸ਼ਨ ਹੁੰਦੀ ਹੈ ਰੋਟੇਸ਼ਨ ਬੇਸਿਸ ਤੇ ਉਹ ਸਮੂਥਲੀ ਚੱਲੇ। ਸੋ ਸ਼ਾਲੀਮਾਰ ਵੀਟ ਤੁਸੀਂ ਯਾਦ ਰੱਖਣਾ ਇੱਕ ਅਰਲੀ ਮੈਚੋਰਿੰਗ ਵੀਟ ਵੈਰਾਈਟੀ ਹੈਗੀ ਆ। ਨੈਕਸਟ ਇਜ਼ ਸਲੇਮ ਸਾਗੋ। ਇਹ ਵੀ ਕਾਫੀ ਇੰਪੋਰਟੈਂਟ ਨਿਊਜ਼ ਹੈ ਆਪਣੀ। ਇੱਕ ਸਟਾਰਚ ਬੇਸ ਫੂਡ ਪ੍ਰੋਡਕਟ ਹੈ, ਕੁਝ ਇਹੋ ਜਿਹਾ ਦਿਖਦਾ ਜਿਹਨੂੰ ਆਪਾਂ ਸਾਬੂਦਾਨਾ ਕਹਿ ਦਿੰਦੇ ਆ। ਠੀਕ ਹੈ ਜੀ। ਇਹ GI ਟੈਗ ਹੈਗਾ। ਇੰਪੋਰਟੈਂਟ ਕਿਉਂ? ਬਿਕੋਜ਼ ਇਟ ਇਜ਼ ਅ GI ਟੈਗ ਜੋ ਕਿ ਤਮਿਲਨਾਡੂ ਸਟੇਟ ਤੋਂ ਬਿਲੋਂਗ ਕਰਦਾ ਗਾ। ਠੀਕ ਹੈ। ਐਂਡ ਨਿਊਜ਼ ਦੇ ਵਿੱਚ ਕਿਉਂ ਸੀਗਾ? ਬਿਕੋਜ਼ ਆਪਣੀ ਜੋ ਅਪੈਡਾ ਹੈਗੀ ਆ ਉਹਨੇ ਫੈਸਿਲੀਟੇਟ ਕੀਤਾ ਗਾ ਫਸਟ ਡਾਇਰੈਕਟ ਐਕਸਪੋਰਟ ਕੰਸਾਈਨਮੈਂਟ ਆਫ GI ਟੈਗਡ ਸਲੇਮ ਸਾਗੋ ਟੂ ਕੈਨੇਡਾ। ਠੀਕ ਹੈ ਜੀ। ਸੋ ਡਾਇਰੈਕਟ ਜੋ ਇਹਦਾ ਐਕਸਪੋਰਟ ਹੋਊਗਾ ਕੈਨੇਡਾ ਨੂੰ। ਠੀਕ ਹੈ। ਆਪਾਂ ਨੂੰ ਕੀ ਯਾਦ ਰੱਖਣਾ ਕਿ ਜੋ ਸੈਲੇਮ ਸਾਗੋ ਹੈਗਾ ਸਭ ਤੋਂ ਪਹਿਲਾਂ ਤਾਂ ਇੱਕ ਫੂਡ ਪ੍ਰੋਡਕਟ ਹੈਗਾ, ਇਹ ਯਾਦ ਰੱਖਣਾ ਖਾਣ ਵਾਲੀ ਚੀਜ਼ ਹੈ। ਸੈਕਿੰਡ ਕਿਹੜੀ ਸਟੇਟ ਤੋਂ ਬਿਲੋਂਗ ਕਰਦਾ ਹੈ? ਤਮਿਲਨਾਡੂ ਦਾ GI ਟੈਗ ਹੈਗਾ। ਨੈਕਸਟ ਇਜ਼ ਰਾਜਕੀय ਇਟਕੋਰੀ ਮਹੋਤਸਵ ਕਿੱਥੇ ਮਨਾਇਆ ਗਿਆ? ਝਾਰਖੰਡ ਦੇ ਵਿੱਚ ਮਨਾਇਆ ਗਿਆ। ਵਨ ਲਾਈਨਰ ਨਿਊਜ਼ ਹੈਗੀ ਆ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਇੰਪੋਰਟੈਂਟ ਡੇਜ਼। 21 ਫੈਬਰਰੀ ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਮਨਾਇਆ ਜਾਂਦਾ ਗਾ। ਇੰਪੋਰਟੈਂਟ ਆਪਣੇ ਲਈ। ਐਂਡ ਇਸ ਵਾਰ ਦੀ ਥੀਮ ਕੀ ਸੀਗੀ? ਯੂਥ ਵੌਇਸਿਸ ਔਨ ਮਲਟੀਲਿੰਗੁਅਲ ਐਜੂਕੇਸ਼ਨ। ਠੀਕ ਹੈ ਜੀ। ਆਪਣੀ ਜੋ ਗੌਰਮੈਂਟ ਹੈਗੀ, ਸੈਂਟਰਲ ਗੌਰਮੈਂਟ ਵੀ ਹੈਗੀ ਆ, ਉਹ ਵੀ ਮਲਟੀਲਿੰਗੁਅਲ ਐਜੂਕੇਸ਼ਨ ਤੇ ਜੋ ਆਪਾਂ 3 ਲੈਂਗੁਏਜ ਫਾਰਮੂਲਾ ਦੇਖ ਰਹੇ ਹਾਂ ਜਾਂ ਫਿਰ ਮਦਰ ਟੰਗ ਨੂੰ ਆਪਾਂ ਪ੍ਰਮੋਟ ਕਰਨ ਦੀ ਗੱਲ ਕਰ ਰਹੇ ਹਾਂ। ਸੋ ਮਲਟੀਲਿੰਗੁਅਲਿਜ਼ਮ ਤਰਫ ਜੋ ਆਪਾਂ ਜਾ ਰਹੇ ਨੇ। ਠੀਕ ਹੈ ਜੀ। ਸੋ ਇਸ ਤਰੀਕੇ ਤੋਂ ਆਪਾਂ ਆਪਣੀ ਥੀਮ ਵੀ ਯਾਦ ਰੱਖ ਸਕਦੇ ਹਾਂ। ਨੈਕਸਟ ਇਜ਼ ਪੈਕ ਸਿਲਿਕਾ। ਅਗੇਨ ਬਹੁਤ ਇੰਪੋਰਟੈਂਟ ਨਿਊਜ਼ ਆਪਣੇ ਲਈ। ਪੈਕ ਸਿਲਿਕਾ ਲਾਂਚ ਕੀਤਾ ਸੀਗਾ US ਨੇ 2025 ਦੇ ਵਿੱਚ। ਇਜ਼ ਐਨ ਐਫਰਟ ਔਨ AI ਐਂਡ ਸਪਲਾਈ ਚੇਨ ਸਿਕਿਉਰਿਟੀ. It aims to reduce coercive dependency and build a secure, prosperous, and innovation-driven silicon supply chain from critical minerals and energy inputs to advanced manufacturing. So basically ਇਸ ਨਿਊਜ਼ ਦੇ ਵਿੱਚ ਕੀ ਹੈਗਾ? US ਨੇ ਇੱਕ ਪੈਕ ਸਿਲਿਕਾ ਇਨੀਸ਼ੀਏਟਿਵ ਲਾਂਚ ਕੀਤਾ ਸੀਗਾ। ਇਹਦਾ ਪਰਪਸ ਕੀ ਸੀਗਾ? ਕਿਉਂਕਿ ਅੱਜ ਦੇ ਟਾਈਮ ਤੁਸੀਂ ਵੇਖ ਰਹੇ ਹੋ ਕਿ AI ਤੇ ਬਹੁਤ ਜ਼ਿਆਦਾ ਵਰਲਡ ਦੇ ਵਿੱਚ ਫੋਕਸ ਕੀਤਾ ਜਾ ਰਿਹਾ ਹੈਗਾ। ਐਂਡ ਇਸ AI ਲਈ ਜੋ ਹੈ ਸਿਲੀਕਨ ਚਿਪਸ ਦੀ ਬਹੁਤ ਰਿਕੁਆਇਰਮੈਂਟ ਹੈਗੀ ਹੈ। ਐਂਡ ਇਹ ਜੋ ਸਿਲੀਕਨ ਚਿਪਸ ਹੈਗੀ ਆ ਇਹਦੇ ਲਈ ਜੋ ਰੋ ਮਟੀਰੀਅਲ ਹੈਗਾ ਉਹਦੇ ਵਿੱਚ ਚਾਈਨਾ ਦੀ ਜੋ ਕਾਈਂਡ ਆਫ ਆਪਾਂ ਮੋਨੋਪੋਲੀ ਮੰਨ ਸਕਦੇ ਹਾਂ। ਜੋ ਮਿਨਰਲਸ ਯੂਜ਼ ਹੋ ਰਹੇ ਨੇ, ਜੋ ਰੋ ਮਟੀਰੀਅਲ ਯੂਜ਼ ਹੋ ਰਿਹਾ ਹੈਗਾ, ਤਾਂ ਚਾਈਨਾ ਜੋ ਹੈ ਉਹਨੂੰ ਜੋ ਸਪਲਾਈ ਚੇਨ ਹੈਗੀ ਹੈ ਇਹ ਮਟੀਰੀਅਲਸ ਦੀ ਉਹਨੂੰ ਡਿਸਰਪਟ ਕਰ ਦਿੰਦਾ ਕਈ ਵਾਰ। ਸੋ ਉਹ ਚੀਜ਼ ਨੂੰ ਰੋਕਣ ਲਈ ਜੋ ਹੈ ਇਹ US ਇਨੀਸ਼ੀਏਟਿਵ ਲੈ ਕੇ ਆਇਆ ਸੀਗਾ ਤਾਂ ਕਿ ਜੋ ਸਪਲਾਈ ਚੇਨ ਹੈਗੀ ਆ, ਜੋ ਸਿਲੀਕਨ ਦੀ ਸਪਲਾਈ ਆ ਕੰਟੀਨਿਊਸਲੀ ਚੱਲਦੀ ਰਹੇ। ਉਹਦੇ ਲਈ ਪੈਕ ਸਿਲਿਕਾ ਆਇਆ ਸੀਗਾ। ਨਿਊਜ਼ ਦੇ ਵਿੱਚ ਕਿਉਂ ਸੀਗਾ? ਕਿਉਂਕਿ ਇੰਡੀਆ ਨੇ ਇਸ ਪੈਕ ਸਿਲਿਕਾ ਡਿਕਲੇਰੇਸ਼ਨ ਨੂੰ ਸਾਈਨ ਕੀਤਾ ਗਾ। ਨੈਕਸਟ ਇਜ਼ ਵਾਈਬਰੈਂਟ ਵਿਲੇਜ ਪ੍ਰੋਗਰਾਮ।
ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਇੱਕ ਸੈਂਟਰਲੀ ਸਪੋਂਸਰਡ ਸਕੀਮ ਹੈਗੀ ਆ, ਮਤਲਬ ਕਿ ਕੁਝ ਪੈਸਾ ਸੈਂਟਰ ਦਊਗੇ, ਕੁਝ ਪੈਸਾ ਜੋ ਸਟੇਟ ਦੇਣਗੀਆਂ। ਐਂਡ ਇਹਦਾ ਟਾਈਮ ਪੀਰੀਅਡ ਕੀ ਸੀਗਾ 2022-23 ਤੋਂ 2025-26, ਸੋ ਹੁਣ ਆਪਣਾ ਕੰਪਲੀਟ ਹੋ ਚੁੱਕਾ ਹੈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ। ਐਂਡ ਇਸ ਪ੍ਰੋਗਰਾਮ ਦੇ ਵਿੱਚ ਕੀ ਸੀਗਾ 2967 ਵਿਲੇजेस ਦੀ ਡਿਵੈਲਪਮੈਂਟ ਕਰਨੀ ਸੀਗੀ, ਜੋ ਆਪਣੇ ਬਾਰਡਰ ਏਰੀਆਜ਼ ਆ ਮੇਨਲੀ, ਜੋ ਨਰਦਰਨ ਸਟੇਟਸ ਆਪਣੀ ਹੈਗੀਆਂ, ਜਿਵੇਂ ਅਰੁਣਾਚਲ ਪ੍ਰਦੇਸ਼ ਹੋ ਗਿਆ, ਹਿਮਾਚਲ ਪ੍ਰਦੇਸ਼ ਹੋ ਗਿਆ, ਸਿੱਕਿਮ ਹੋ ਗਿਆ, ਉੱਤਰਾਖੰਡ ਹੈ, ਐਂਡ ਯੂਟੀ ਆਫ ਲਦਾਖ। ਇਹਦੇ ਕੁਝ ਵਿਲੇजेस ਸਿਲੈਕਟ ਕੀਤੇ ਗਏ ਸੀ ਜਿਨ੍ਹਾਂ ਦੀ ਡਿਵੈਲਪਮੈਂਟ ਦੀ ਗੱਲ ਹੋ ਰਹੀ ਸੀਗੀ, ਠੀਕ ਹੈ ਜੀ। ਐਂਡ ਇੱਕ ਹੋਰ ਪਰਪਸ ਇਹਦਾ ਸੀਗਾ ਕਿ ਇਹ ਜੋ ਵਿਲੇजेस ਹੈ ਇਹਨਾਂ ਦੇ ਵਿੱਚ ਫੈਸਿਲਿਟੀਜ਼ ਨਾ ਹੋਣ ਕਰਕੇ ਜੋ ਪੀਪਲ ਸੀਗੇ ਉਹ ਮਾਈਗ੍ਰੇਟ ਕਰ ਰਹੇ ਸੀਗੇ ਅਰਬਨ ਏਰੀਆਜ਼ ਤੋਂ। ਸੋ ਉਸ ਚੀਜ਼ ਨੂੰ ਰੋਕਣ ਲਈ, ਬਿਕੋਜ਼ ਬਾਰਡਰ ਏਰੀਆਜ਼ 'ਤੇ ਸਿਟੀਜ਼ਨਸ ਦਾ ਹੋਣਾ ਆਪਣਾ ਬਹੁਤ ਜ਼ਰੂਰੀ ਹੈ। ਜੇ ਸਿਟੀਜ਼ਨਸ ਨਾ ਹੋਣਗੇ ਤਾਂ ਐਨੀਮੀ ਨੂੰ ਜੋ ਇੱਕ ਉਹ ਸਪੇਸ ਮਿਲ ਜੂਗਾ, ਠੀਕ ਹੈ ਜੀ। ਸੋ ਇਹ ਜੋ ਆਊਟ ਮਾਈਗ੍ਰੇਸ਼ਨ ਹੋ ਰਹੀ ਸੀਗੀ ਇਸ ਚੀਜ਼ ਨੂੰ ਰੋਕਣ ਲਈ ਵੀ ਜੋ ਹੈ ਇਹ ਪ੍ਰੋਗਰਾਮ ਚਲਾਇਆ ਗਿਆ ਸੀਗਾ। ਐਂਡ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ ਕਿਉਂਕਿ ਇਹਦਾ ਜੋ ਸੈਕਿੰਡ ਫੇਸ ਹੈ ਪ੍ਰੋਗਰਾਮ ਦਾ ਉਹ ਲਾਂਚ ਕੀਤਾ ਸੀਗਾ ਆਪਣੇ ਯੂਨੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਨੇ। ਕਿੱਥੋਂ ਲਾਂਚ ਕੀਤਾ ਹੋਇਆ ਹੈ? ਨਾਥਨਪੁਰ ਵਿਲੇਜ ਅਸਾਮ ਤੋਂ ਇਹ ਲਾਂਚ ਕੀਤਾ ਸੀਗਾ, ਠੀਕ ਹੈ ਜੀ। ਸੋ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਇਜ਼ CJ-1000 ਮਿਸਾਈਲ ਨਿਊਜ਼ ਦੇ ਵਿੱਚ ਸੀਗੀ। ਇਹ ਵਰਲਡ ਫਸਟ ਲੈਂਡ ਬੇਸਡ ਸਕ੍ਰੈਮਜੈਟ ਪਾਵਰਡ ਹਾਈਪਰਸੋਨਿਕ ਮਿਸਾਈਲ ਹੈਗੀ ਜੋ ਕਿ ਚਾਈਨਾ ਨੇ ਬਣਾਈ ਹੈ, ਠੀਕ ਹੈ ਜੀ। ਤੋ ਇਹਦੇ ਵਿੱਚ ਤੁਸੀਂ ਕੀ ਯਾਦ ਰੱਖਣਾਗਾ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੀ ਹੈ? ਚਾਈਨਾ ਤੋਂ ਬਿਲੋਂਗ ਕਰਦੀ ਹੈ, ਠੀਕ ਹੈ। ਕਿਸ ਟਾਈਪ ਦੀ ਮਿਸਾਈਲ ਹੈ? ਹਾਈਪਰਸੋਨਿਕ ਮਿਸਾਈਲ ਹੈਗੀ ਆ। ਨੈਕਸਟ ਇਜ਼ ਮਿਲਾਨ 2026, ਆਪਾਂ ਪਹਿਲਾਂ ਵੀ ਨਿਊਜ਼ ਕਵਰ ਕਰ ਚੁੱਕੀ ਹਾਂ। ਇਹ ਕਿੱਥੇ ਹੋ ਰਹੀ ਹੈ? ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ। ਐਂਡ ਹੋਸਟ ਕੌਣ ਕਰ ਰਿਹਾ? ਇੰਡੀਅਨ ਨੇਵੀ ਇਹਨੂੰ ਹੋਸਟ ਕਰ ਰਹੀ ਹੈ। ਇਹਦੀ ਥੀਮ ਯਾਦ ਰੱਖਿਓ, ਥੀਮ ਜੋ ਹੈ ਕੁਐਸਚਨ ਦੇ ਵਿੱਚ ਆ ਸਕਦੀ ਹੈ ਐਗਜ਼ਾਮ ਦੇ ਵਿੱਚ। ਸਾਈਜ਼ ਵਿਸ਼ਾਖਾਪਟਨਮ ਦੇ ਵਿੱਚ ਹੋ ਰਹੀ ਹੈ, ਉਹਨਾਂ ਦਾ ਨਾਮ ਤੁਸੀਂ ਮੈਂਸ਼ਨ ਕਰਨਾ ਕਮੈਂਟ ਸੈਕਸ਼ਨ ਦੇ ਵਿੱਚ। ਨੈਕਸਟ ਇਜ਼ ਚਿਓਪਸ, ਇਹਦੀ ਫੁੱਲ ਫਾਰਮ ਹੈਗੀ ਹੈ ਕਰੈਕਟਰਾਈਜ਼ਿੰਗ ਐਕਸੋਪਲੈਨਟ ਸੈਟੇਲਾਈਟ। ਸਭ ਤੋਂ ਪਹਿਲਾਂ ਇਹ ਹੈਗਾ ਕੀ ਹੈ? ਚਿਓਪਸ ਹੈਗਾ ਕਿ ਇੱਕ ਸਪੇਸ ਕਰਾਫਟ ਹੈਗਾ ਜੋ ਕਿ ਯੂਰੋਪੀਅਨ ਸਪੇਸ ਏਜੰਸੀ ਨੇ ਲਾਂਚ ਕੀਤਾ ਸੀਗਾ 2019 ਦੇ ਵਿੱਚ। ਐਂਡ ਇਹਦਾ ਪਰਪਸ ਕੀ ਸੀਗਾ ਕਿ ਜੋ ਅਰਥ ਟੂ ਨੈਪਚੂਨ ਸਾਈਜ਼ ਆਪਣੇ ਜੋ ਪਲੈਨਟ ਹੈਗੇ ਆ ਇਹਨਾਂ ਦੇ ਸਾਈਜ਼ ਦੇ ਐਕਸੋਪਲੈਨਟ ਨੂੰ ਡਿਸਕਵਰ ਕਰਨਾ। ਐਕਸੋਪਲੈਨਟ ਕੀ ਹੁੰਦੇ ਆ? ਦੇਖੋ ਇਹ ਆਪਣਾ ਸੋਲਰ ਸਿਸਟਮ ਹੈਗਾ, ਲਾਸਟ ਪਲੈਨਟ ਆਪਣਾ ਕੀ ਹੈਗਾ? ਨੈਪਚੂਨ ਹੈਗਾ, ਠੀਕ ਹੈ। ਪਹਿਲਾਂ ਪਲੂਟੋ ਹੁੰਦਾ ਸੀਗਾ। ਸੋ ਇਹ ਤੋਂ ਬਾਹਰ ਆਪਣੇ ਸੋਲਰ ਸਿਸਟਮ ਤੋਂ ਬਾਹਰ ਜੋ ਵੀ ਆਪਣੇ ਪਲੈਨਟਸ ਮਿਲ ਰਹੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਐਕਸੋਪਲੈਨਟਸ ਕਹਿ ਦਿੰਦੇ ਆ, ਠੀਕ ਹੈ ਜੀ। ਸੋ ਇਹਨਾਂ ਨੂੰ ਡਿਸਕਵਰ ਕਰਨਾ, ਇਹਨਾਂ ਦੇ ਡਾਇਮੀਟਰਸ ਨੂੰ ਮੈਜ਼ਰ ਕਰਨਾ, ਇਹਦਾ ਪਰਪਸ ਸੀਗਾ ਚਿਓਪਸ ਦਾ, ਠੀਕ ਹੈ। ਕੈਰੈਕਟਰਾਈਜ਼ਿੰਗ ਐਕਸੋਪਲੈਨਟ ਸੈਟੇਲਾਈਟ। ਐਂਡ ਨਿਊਜ਼ ਦੇ ਵਿੱਚ ਕਿਉਂ ਸੀਗਾ? ਬਿਕੋਜ਼ ਇਹਨੇ 4 ਪਲੈਨਟ ਸਿਸਟਮ ਨੂੰ ਡਿਸਕਵਰ ਕੀਤਾਗਾ ਜੋ ਕਿ ਸਮੋਲ ਹੈ ਐਂਡ ਰੋਕੀ ਪਲੈਨਟ ਹੈਗੇ ਆ, ਠੀਕ ਹੈ ਜੀ। ਸੋ ਉਮੀਦ ਇਹ ਲਾਈ ਜਾ ਰਹੀ ਸੀਗੀ ਕਿ ਆਪਣੇ ਸੋਲਰ ਸਿਸਟਮ ਤੋਂ ਬਾਹਰ ਜੋ ਐਕਸੋ ਪਲੈਨਟਸ ਹੋਣਗੇ ਉਹ ਗੈਸ ਜਾਇੰਟਸ ਹੋਣਗੇ, ਜਿਵੇਂ ਕਿ ਆਪਣੇ ਲਾਸਟ 4 ਜੋ ਪਲੈਨਟਸ ਹੈ ਜੁਪੀਟਰ ਤੋਂ ਲੈ ਕੇ ਨੈਪਚੂਨ ਤੱਕ, ਉਹ ਸਾਰੇ ਗੈਸ਼ੀਅਸ ਪਲੈਨਟਸ ਹੈਗੇ ਆ, ਠੀਕ ਹੈ। ਬਟ ਇਹ ਜੋ ਪਲੈਨਟਸ ਹੈ ਉਹ ਗੈਸ਼ੀਅਸ ਦੀ ਬਜਾਏ ਰੋਕੀ ਪਲੈਨਟਸ ਹੈ, ਜਿਵੇਂ ਆਪਣਾ ਅਰਥ ਹੈ ਇੱਕ ਰੋਕੀ ਪਲੈਨਟ ਹੈ। ਨੈਕਸਟ ਨਿਊਜ਼ ਇਜ਼ ਅਗੇਨ ਰਿਲੇਟਿਡ ਟੂ AI ਸਮਿਟ। ਸੋ AI ਸਮਿਟ ਦੇ ਵਿੱਚ ਜੋ PM ਸੀਗੇ ਉਹਨਾਂ ਨੇ ਇੱਕ ਵਿਜ਼ਨ ਲਾਂਚ ਕੀਤਾ ਗਾ ਜਿਹਦਾ ਨਾਮ ਰੱਖਿਆ ਗਿਆ ਮਾਨਵ ਵਿਜ਼ਨ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ, ਠੀਕ ਹੈ ਜੀ। ਮਾਨਵ ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। M ਦਾ ਮਤਲਬ ਹੋਊਗਾ ਮੋਰਲ ਐਂਡ ਐਥੀਕਲ ਸਿਸਟਮ। A means accountable governance. N stands for national sovereignty. A stands for accessible and inclusive. And V stands for valid and legitimate. So AI ਦਾ ਇੰਨਾ ਜ਼ਿਆਦਾ ਯੂਜ਼ ਹੋ ਰਿਹਾ, ਸੋ ਉਹ ਜਿਹੜਾ ਯੂਜ਼ ਹੈਗਾ ਉਹ ਐਥੀਕਲ ਹੋਵੇ, ਅਕਾਊਂਟੇਬਲ ਹੋਵੇ। ਬਿਕੋਜ਼ AI ਨੂੰ ਆਪਾਂ ਅਕਾਊਂਟੇਬਲ ਨਹੀਂ ਠਹਿਰਾ ਸਕਦੇ ਕਿਸੇ ਚੀਜ਼ ਲਈ, ਬਟ ਜਿਨ੍ਹਾਂ ਨੇ ਉਸ AI ਨੂੰ ਬਣਾਇਆ ਉਹ ਤਾਂ ਅਕਾਊਂਟੇਬਲ ਹੋਣਗੇ ਨਾ। ਐਕਸੈਸੀਬਲ ਐਂਡ ਇਨਕਲੂਸਿਵ ਹੋਵੇ, ਇੱਦਾਂ ਨਾ ਹੋਵੇ ਕਿ ਜੋ ਰਿਚ ਪਰਸਨਸ ਹੈ ਉਹਨਾਂ ਨੂੰ ਹੀ ਐਕਸੈਸੀਬਲ ਹੈਗਾ AI, ਤਾਂ ਇੱਦਾਂ ਵੀ ਨਹੀਂ ਹੋਣਾ ਚਾਹੀਦਾ। ਇਨਕਲੂਸਿਵ ਹੋਣਾ ਚਾਹੀਦਾ ਵੀ ਸਾਰੇ ਜੋ ਸਿਟੀਜ਼ਨਸ ਹੈਗੇ ਰਿਗਾਰਡਿੰਗ ਆਫ ਦਾ ਇਕਨੋਮਿਕ ਸੈਕਸ਼ਨ ਉਹ ਉਹਨਾਂ ਨੂੰ ਐਕਸੈਸੀਬਲ ਹੋਵੇ। ਨੈਕਸਟ ਇਜ਼ ਵੈਲਿਡ ਐਂਡ ਲੈਜੀਟੀਮੇਟ ਯੂਜ਼ ਹੋਣਾ ਚਾਹੀਦਾ AI ਦਾ। ਸੋ ਇਹ ਵਿਜ਼ਨ ਜੋ ਹੈ ਉਹ ਲਾਂਚ ਹੋਇਆ ਸੀਗਾ ਆਪਣਾ ਰੀਸੈਂਟਲੀ। ਨੈਕਸਟ ਇਜ਼ ਅਰਥਸ਼ੋਟ ਪ੍ਰਾਈਜ਼ 2026 ਇਹ ਅਨਾਊਂਸ ਕੀਤਾ ਸੀਗਾ ਜੀ, ਠੀਕ ਹੈ। ਮੁੰਬਈ ਨੇ ਹੋਸਟ ਕੀਤਾ ਹੈ, ਸਭ ਤੋਂ ਪਹਿਲਾਂ ਹੋਸਟ ਕਿਹਨੇ ਕੀਤਾ? ਮੁੰਬਈ ਨੇ। ਐਂਡ ਇਹ ਕੀ ਹੈਗਾ? ਇੱਕ ਵਰਲਡ ਲੀਡਿੰਗ ਐਨਵਾਇਰਮੈਂਟਲ ਅਵਾਰਡ ਨਾਮ ਤੋਂ ਹੀ ਕਲੀਅਰ ਹੈਗਾ, ਇੱਕ ਐਨਵਾਇਰਮੈਂਟਲ ਅਵਾਰਡ ਹੈਗਾ। ਇੰਪੋਰਟੈਂਟ ਕੀ ਆਪਣੇ ਲਈ? ਇਹ ਬਣਾਇਆ ਕਿਹਨੇ ਸੀਗਾ, ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀਗੀ? ਸੋ ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਨੇ ਇਹਦੀ ਸ਼ੁਰੂਆਤ ਕੀਤੀ ਸੀਗੀ 2020 ਦੇ ਵਿੱਚ। ਇਹ ਅਵਾਰਡ ਜੋ ਹੈ ਸ਼ੁਰੂ ਹੋਇਆ ਸੀਗਾ 2021 ਦੇ ਵਿੱਚ ਜੋ ਫਰਸਟ ਅਵਾਰਡ ਕੀਤਾ ਸੀਗਾ। ਸੋ ਇਹਦੇ ਵਿੱਚ ਸਿਰਫ ਤੁਸੀਂ ਇੰਨਾ ਯਾਦ ਰੱਖਣਾ ਕਿ ਕਿੱਥੇ ਹੋਸਟ ਹੋਇਆ ਐਂਡ ਕਿਹੜੀ ਹਸਤੀ, ਇੰਪੋਰਟੈਂਟ ਹਸਤੀ ਦੇ ਵਿੱਚ ਕੀ ਹੈਗੀ? ਪ੍ਰਿੰਸ ਵਿਲੀਅਮ ਜਿਹਨੇ ਇਹ ਅਵਾਰਡ ਬਣਾਇਆ ਸੀਗਾ। ਨੈਕਸਟ ਇਜ਼ ਰਿਲੇਟਿਡ ਟੂ ਡੇ 20th ਫੈਬਰਰੀ ਨੂੰ ਵਰਲਡ ਡੇ ਆਫ ਸੋਸ਼ਲ ਜਸਟਿਸ ਮਨਾਇਆ ਜਾਂਦਾ ਹੈ। ਐਂਡ ਇਸ ਵਾਰ ਦੀ ਥੀਮ ਸੀਗੀ ਰੀਨਿਊਡ ਕਮਿਟਮੈਂਟ ਟੂ ਸੋਸ਼ਲ ਡਿਵੈਲਪਮੈਂਟ ਐਂਡ ਸੋਸ਼ਲ ਜਸਟਿਸ।
नेक्स्ट इज मर्चेंडाइज ट्रेड इंडिसेस बेस ईयर रिवाइज फ्रॉम 2012-13 टू 2022-23 ठीक है जी। सो अपने जो इंडिसिस है पहला ਆਪਾਂ ਦੇਖਿਆ ਸੀਗਾ CPI ਦਾ ਬੇਸ ਈਅਰ ਚੇਂਜ ਹੋਇਆ ਠੀਕ ਹੈ, ਆਪਣੀ GDP ਦਾ ਬੇਸ ਈਅਰ ਚੇਂਜ ਹੋਇਆ। तो ਇਹ ਜੋ ਬੇਸ ਈਅਰ ਨੇ ਉਹ ਚੇਂਜ ਹੋ ਰਹੇ ਨੇ ਬਿਕੋਜ਼ ਅੱਜ ਦਾ ਜੋ ਜੋ ਸਟਰਕਚਰਲ ਚੇਂਜਸ ਆਪਾਂ ਵੇਖ ਰਹੇ ਨੇ ਉਹਦੇ ਅਕੋਰਡਿੰਗ ਇੰਡੀਸਿਸ ਨੂੰ ਕੋਰੀਲੇਟ ਕਰਨਾ ਬਹੁਤ ਜ਼ਰੂਰੀ ਹੈਗਾ ਠੀਕ ਹੈ ਜੀ। ਸੋ ਬਸ ਇਹਦੇ ਵਿੱਚ ਆਪਾਂ ਇੰਨਾ ਯਾਦ ਰੱਖਣਾ ਕਿ ਬੇਸ ਈਅਰ ਕਿਹੜਾ ਬਣਾਇਆ ਗਿਆ ਨਵਾਂ ਠੀਕ ਹੈ ਜੀ। 2022-23 ਜੋ ਹੈ ਆਪਣਾ ਨਿਊ ਬੇਸ ਈਅਰ ਹੋਊਗਾ ਮਰਚੈਂਡਾਈਜ਼ ਟ੍ਰੇਡ ਇੰਡੀਸਿਸ ਲਈ ਠੀਕ ਹੈ। ਮਰਚੈਂਡਾਈਜ਼ ਟ੍ਰੇਡ ਕਿਹੜਾ ਹੁੰਦਾ, ਜੋ ਗੁੱਡਸ ਦੇ ਵਿੱਚ ਟ੍ਰੇਡ ਹੁੰਦਾ ਆਪਣਾ। ਨੈਕਸਟ ਇਜ਼ ਇੰਪੋਰਟੈਂਟ ਨਿਊਜ਼ ਹੈਗੀ ਆ ਕੋਰ ਸੈਕਟਰ ਗਰੋਥ ਸਲਿਪਸ ਟੂ 4% ਇਨ ਜਨਵਰੀ। ਸੋ ਇਹਦੇ ਲਈ ਆਪਾਂ ਇਹ ਨਹੀਂ ਯਾਦ ਰੱਖਣਾ ਕਿ ਕੋਰ ਸੈਕਟਰ ਦੀ ਗਰੋਥ ਕਿੰਨੀ ਹੋਈ ਹੈ, ਆਪਣੇ ਲਈ ਇੰਪੋਰਟੈਂਟ ਕੀ ਹੈਗਾ ਇਸ ਨਿਊਜ਼ ਦੇ ਵਿੱਚ ਕਿ ਆਪਣੇ ਕੋਰ ਸੈਕਟਰ ਕਿਹੜੇ ਕਿਹੜੇ ਨੇ। ਡਾਇਰੈਕਟ ਕੁਐਸਚਨ ਜੋ ਐਗਜ਼ਾਮ ਦੇ ਵਿੱਚ ਆ ਜਾਂਦਾ ਹੈਗਾ। ਸੋ ਇੰਡੀਆ ਦੇ ਵਿੱਚ ਜੋ ਹੈ 8 ਕੋਰ ਇੰਡਸਟਰੀਜ਼ ਹੈਗੀਆਂ ਨੇ, ਉਹ ਹੈਗੀ ਕੋਲ, ਕਰੂਡ ਆਇਲ, ਨੈਚੁਰਲ ਗੈਸ, ਰਿਫਾਈਨਰੀ ਪ੍ਰੋਡਕਟਸ, ਫਰਟੀਲਾਈਜ਼ਰ, ਸਟੀਲ, ਸੀਮੈਂਟ ਐਂਡ ਇਲੈਕਟ੍ਰਿਸਿਟੀ। ਇਹ 8 ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਐਂਡ ਦੀਜ਼ ਆਰ ਵੈਰੀ ਵੈਰੀ ਕ੍ਰੂਸ਼ਲ ਸੈਕਟਰਸ that drive industrial growth representing our 40% of index of industrial production ਠੀਕ ਹੈ ਜੀ। ਆਪਣਾ ਇੱਕ ਇੰਡੈਕਸ ਹੁੰਦਾ ਹੈਗਾ IIP, ਉਹਦੇ ਵਿੱਚੋਂ 40% ਜੋ ਹਿੱਸਾ ਹੁੰਦਾ ਉਹ ਇਨ 8 ਸੈਕਟਰਸ ਦਾ ਹੁੰਦਾ ਠੀਕ ਹੈ ਜੀ। ਜਿਵੇਂ ਆਪਣੀ ਨਿਊਜ਼ ਸੀਗੀ ਕਿ ਜੋ ਗਰੋਥ ਹੈਗੀ ਉਹ 4% ਗਿਰ ਗਈ ਹੈ, 4% ਤੱਕ ਗਿਰ ਗਈ ਹੈ ਜਨਵਰੀ ਦੇ ਵਿੱਚ। ਇਹਦਾ ਮਤਲਬ ਕੀ ਹੈਗਾ ਕਿ ਆਪਣੀ ਜੋ ਇੰਡਸਟਰੀਜ਼ ਹੈਗੀ ਆ ਉਹ ਵਧੀਆ ਪਰਫਾਰਮ ਨਹੀਂ ਕਰ ਰਹੀਆਂ ਠੀਕ ਹੈ ਜੀ। ਨੈਕਸਟ ਇਜ਼ ਰਿਲੇਟਿਡ ਟੂ ਪਰਸਨ ਹੈ ਮਨੀ ਸ਼ੰਕਰ ਮੁਖੋਪਾਧਿਆਏ ਜਾਂ ਫਿਰ ਮੁਖਰਜੀ ਵੀ ਕਹਿ ਸਕਦੇ ਆਪਾਂ। ਇੱਕ ਬੰਗਾਲੀ ਰਾਈਟਰ ਸੀਗੇ, ਕਾਫੀ ਫੇਮਸ ਸੀਗੇ, ਇਹਨਾਂ ਦਾ ਰੀਸੈਂਟਲੀ ਦੇਹਾਂਤ ਹੋ ਗਿਆ। ਇਹਨਾਂ ਦੇ ਵਰਕਸ ਤੁਸੀਂ ਯਾਦ ਰੱਖਿਓ। ਇਹਨਾਂ ਦੇ ਵਰਕਸ ਦੇ ਵਿੱਚ ਫੇਮਸ ਜੋ ਵਰਕਸ ਨੇ ਉਹ ਹੈਗੇ ਚੋਰਿੰਗੀ, ਕਾਟੋ ਅਜਨਾਰੇ, ਸੀਮਾ ਬੱਧ, ਜਨ ਅਰण्य ਐਂਡ ਇੱਕ ਨੋਵਲ, ਕਾਫੀ ਫੇਮਸ ਨੋਵਲ ਸੀਗਾ ਇਹਨਾਂ ਦਾ ਨਿਵੇਦਿਤਾ ਰਿਸਰਚ ਲੈਬੋਰੇਟਰੀ ਠੀਕ ਹੈ। ਨਾਮ ਦੇ ਵਿੱਚ ਲੈਬੋਰੇਟਰੀ ਤੋਂ ਕਨਫਿਊਜ਼ ਨਹੀਂ ਹੋਣਾ ਗਾ, ਇੱਕ ਨੋਵਲ ਦਾ ਨਾਮ ਸੀਗਾ ਇਹ। ਸੋ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਸੀਗੇ, ਇਹ ਵੈਸਟ ਬੰਗਾਲ ਤੋਂ ਬਿਲੋਂਗ ਕਰਦੇ ਸੀਗੇ ਨੇ। ਇਹਨਾਂ ਦੇ ਵਰਕਸ ਇੰਪੋਰਟੈਂਟ ਹੈ, ਯਾਦ ਰੱਖਣੀਆਂ। ਨੈਕਸਟ ਇਜ਼ ਕਰਪੂਰੀ ਠਾਕੁਰ। ਕਰਪੂਰੀ ਠਾਕੁਰ ਜੋ ਸੀਗੇ ਇਹ ਵੀ ਕਾਫੀ ਫੇਮਸ ਪਰਸਨੈਲਿਟੀ ਸੀਗੇ ਬਿਹਾਰ ਤੋਂ। ਇਹਨਾਂ ਨੂੰ ਜਨ ਨਾਇਕ ਵੀ ਕਿਹਾ ਜਾਂਦਾ ਸੀਗਾ ਐਂਡ ਇਹ ਚੀਫ ਮਿਨਿਸਟਰ ਰਹੇ ਸੀਗੇ ਬਿਹਾਰ ਦੇ ਠੀਕ ਹੈ ਜੀ। 2024 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਵੀ ਦਿੱਤਾ ਗਿਆ ਸੀਗਾ ਪੋਸਥੂਮਸਲੀ। ਪੋਸਥੂਮਸਲੀ ਦਾ ਮਤਲਬ ਹੁੰਦਾ ਜਿਨ੍ਹਾਂ ਨੂੰ ਡੈਥ ਤੋਂ ਬਾਅਦ ਕੋਈ ਅਵਾਰਡ ਦਿੱਤਾ ਜਾਂਦਾ ਠੀਕ ਹੈ ਜੀ। ਸੋ ਇੰਪੋਰਟੈਂਟ ਹਸਤੀ ਹੈ, ਯਾਦ ਰੱਖਿਓ। ਵਜਰਘਾਟ ਐਕਸਰਸਾਈਜ਼ ਇੰਡੀਅਨ ਆਰਮੀ ਕੰਡਕਟ ਕਰਾ ਰਹੀ ਹੈ ਪੋਖਰਨ ਰਾਜਸਥਾਨ ਦੇ ਵਿੱਚ। ਪੋਖਰਨ ਦੇ ਵਿੱਚ ਆਪਣੀ ਹੋਰ ਵੀ ਐਕਸਰਸਾਈਜ਼ ਹੋਈ ਸੀਗੀ, ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ, ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਨੈਕਸਟ ਇਜ਼ ਬੀਟ ਦਾ ਹੀਟ ਪ੍ਰੋਗਰਾਮ ਠੀਕ ਹੈ ਜੀ। ਬੀਟ ਦਾ ਹੀਟ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀਗੀ ਜਦੋਂ COP30 ਚੱਲ ਰਹੀ ਸੀਗੀ ਬ੍ਰਾਜ਼ੀਲ ਦੇ ਵਿੱਚ। ਐਂਡ ਬੀਟ ਦਾ ਹੀਟ ਪ੍ਰੋਗਰਾਮ ਕੀ ਹੈਗਾ, ਇਟ ਇਜ਼ ਅ ਗਲੋਬਲ ਕਲਾਈਮੇਟ ਇਨੀਸ਼ੀਏਟਿਵ aimed at accelerating action against extreme heat through sustainable cooling and urban resilience strategies। ਸੋ ਨਾਮ ਤੋਂ ਹੀ ਕਲੀਅਰ ਹੈਗਾ ਬੀਟ ਦਾ ਹੀਟ ਕਿ ਜੋ ਟੈਂਪਰੇਚਰ ਅਰਥ ਦਾ ਵੱਧ ਰਿਹਾ ਇਹਨੂੰ ਆਪਾਂ ਸਸਟੇਨੇਬਲ ਵੇ ਨਾਲ ਕਿਵੇਂ ਰਿਡਿਊਸ ਕਰ ਸਕਦੇ ਹਾਂ ਠੀਕ ਹੈ। ਇੱਕ ਤਾਂ ਆਪਾਂ ਬੀਟ ਦਾ ਹੀਟ AC ਦਾ ਯੂਜ਼ ਕਰਕੇ ਆਪਾਂ ਹੀਟ ਨੂੰ ਖਤਮ ਕਰ ਸਕਦੇ ਹਾਂ, ਬਟ ਉਹ ਸਸਟੇਨੇਬਲ ਯੂਜ਼ ਨਹੀਂ ਹੋਊਗਾ, ਉਹਦੇ ਕਰਕੇ ਜੋ ਹੀਟ ਹੋਊਗੀ ਆਪਣੀ ਹੋਰ ਜ਼ਿਆਦਾ ਵਧੂਗੀ। ਸੋ ਇੱਕ ਸਸਟੇਨੇਬਲ ਵੇ ਲੈ ਕੇ ਆਉਣਾ ਕੂਲਿੰਗ ਲਈ, ਉਸ ਚੀਜ਼ ਲਈ ਜੋ ਹੈ ਪ੍ਰੋਗਰਾਮ ਲਾਇਆ ਗਿਆ ਸੀਗਾ ਡਿਊਰਿੰਗ ਦੀ COP30 ਪ੍ਰੈਜ਼ੀਡੈਂਸੀ ਜੋ ਕਿ ਬ੍ਰਾਜ਼ੀਲ ਦੇ ਵਿੱਚ ਹੋਈ ਸੀਗੀ। ਨੈਕਸਟ ਇਜ਼ ਜੈਨ ਚਾਦਰ ਮਹੋਤਸਵ। ਸਭ ਤੋਂ ਪਹਿਲਾਂ ਕਿੱਥੇ ਹੋਸਟ ਕੀਤਾ ਗਿਆ, ਜੈਸਲਮੇਰ ਦੇ ਵਿੱਚ। ਐਂਡ ਇਹਦੇ ਵਿੱਚ ਕੀ ਕੀਤਾ ਗਿਆ ਸੀਗਾ, ਬੇਸਿਕਲੀ ਇੱਕ ਜੈਨ ਧਰਮ ਦੇ ਕਾਫੀ ਫੇਮਸ ਪਰਸਨੈਲਿਟੀ ਸੀਗੇ ਦਾਦਾ ਸ਼੍ਰੀ ਜਿੰਦਤ ਸੂਰੀ ਮਹਾਰਾਜ। ਇਹਨਾਂ ਦੇ ਜੋ ਵਸਤਰ ਸੀਗੇ ਇਹਨਾਂ ਦੀ ਪੂਜਾ ਜੋ ਉਹ ਕੀਤੀ ਜਾ ਰਹੀ ਹੈ ਇਸ ਮਹੋਤਸਵ ਦੇ ਦੌਰਾਨ ਠੀਕ ਹੈ ਜੀ। ਸੋ ਜੈਸਲਮੇਰ ਦੇ ਵਿੱਚ ਐਂਡ ਜੋ ਫੇਮਸ ਪਰਸਨੈਲਿਟੀ ਇਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ ਹੈ। ਨੈਕਸਟ ਇਜ਼ ਸ਼ਾਹਪੁਰ ਕੰਡੀ ਡੈਮ ਨਿਊਜ਼ ਦੇ ਵਿੱਚ ਸੀਗਾ। ਸ਼ਾਹਪੁਰ ਕੰਡੀ ਡੈਮ ਰਾਵੀ ਰਿਵਰ 'ਤੇ ਹੈਗਾ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਪੰਜਾਬ ਦੇ। ਐਂਡ ਇਹ ਬਿਲਕੁਲ ਰਣਜੀਤ ਸਾਗਰ ਡੈਮ ਦੇ ਡਾਊਨ ਸਟਰੀਮ ਲਾਈ ਕਰਦਾ ਹੈਗਾ। ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੋ ਰਣਜੀਤ ਸਾਗਰ ਡੈਮ ਦਾ ਇੱਕ ਸੈਕਿੰਡ ਨੇਮ ਕੀ ਹੈਗਾ ਠੀਕ ਹੈ ਜੀ। ਸੋ ਨਿਊਜ਼ ਦੇ ਵਿੱਚ ਕਿਉਂ ਸੀਗਾ ਇਹ, India plans to block the surplus water flow from Ravi River to Pakistan as the delayed Shahpur Kandi Dam on Jammu and Kashmir Punjab border heads for completion। ਸੋ ਆਪਾਂ ਵੇਖ ਰਹੇ ਹਾਂ ਕਿ ਜੋ ਇੰਡਸ ਵਾਟਰ ਟ੍ਰੀਟੀ ਹੈਗੀ ਆਪਣੀ ਠੀਕ ਹੈ ਜੀ 1960 ਦੀ, ਉਹਨੂੰ ਸਸਪੈਂਡ ਕੀਤਾ ਹੋਇਆ ਜਦੋਂ ਆਪਰੇਸ਼ਨ ਸਿੰਦੂਰ ਚੱਲਿਆ ਆਪਣਾ, ਉਹਨੂੰ ਆਪਾਂ ਸਸਪੈਂਡ ਕੀਤਾ ਹੋਇਆ। ਸੋ ਉਸ ਚੀਜ਼ ਦਾ ਫਾਇਦਾ ਲੈਣ ਲਈ ਜੋ ਹੈ ਸਾਰੇ ਪ੍ਰੋਜੈਕਟਸ, ਅੱਗੇ ਵੀ ਪ੍ਰੋਜੈਕਟਸ ਆਉਣਗੇ ਨਿਊਜ਼ ਦੇ ਵਿੱਚ, ਇਹ ਸਾਰੇ ਨਿਊਜ਼ ਦੇ ਵਿੱਚ ਨੇ ਠੀਕ ਹੈ ਜੀ। ਆਪਾਂ ਇਹਦੇ ਵਿੱਚ ਯਾਦ ਕੀ ਰੱਖਣਾ ਹੈ ਕਿ ਕਿਹੜੀ ਰਿਵਰ 'ਤੇ ਹੈ, ਕਿਹੜੀ ਸਟੇਟ ਦੇ ਵਿੱਚ ਹੈਗੇ ਨੇ। ਨੈਕਸਟ ਇਜ਼ AIpreneurs of India। AIpreneurs of India ਅਟਲ ਇਨੋਵੇਸ਼ਨ ਮਿਸ਼ਨ
अंडर नीति आयोग लॉन्च्ड AI प्रेन्योर्स एट AI इम्पैक्ट समिट। ठीक है जी, जो AI इम्पैक्ट समिट चल रही ਸੀਗੀ उसी दौरान नीति आयोग ने ਅਟਲ ਇਨੋਵੇਸ਼ਨ ਮਿਸ਼ਨ ਦੇ ਅੰਡਰ AI ਪ੍ਰੈਨਿਓਰਸ ਆਫ ਇੰਡੀਆ ਨੂੰ ਲਾਂਚ ਕੀਤਾ ਗਾ। ਇਹ ਬੇਸਿਕਲੀ ਹੈ ਕਿ ਕਾਫੀ ਟੇਬਲ ਬੁੱਕ ਹੈਗੀ ਆ। ਠੀਕ ਹੈ ਜੀ, ਕਾਫੀ ਟੇਬਲ ਬੁੱਕ ਬੇਸਿਕਲੀ ਹਮ ਕਹਿ ਸਕਦੇ ਆਪਾਂ ਇੱਕ ਬੁੱਕ ਹੀ ਹੈਗੀ ਆ ਜਿਹਨੂੰ ਆਪਾਂ ਲਾਈਕ ਕਾਫੀ ਪੀਂਦੇ ਟਾਈਮ ਆਪਾਂ ਰੀਡ ਕਰ ਸਕਦੇ ਨੇ। ਠੀਕ ਹੈ ਜੀ, ਸੋ ਇਹ ਕਾਫੀ ਟੇਬਲ ਬੁੱਕ ਹੈਗੀ ਹੈ ਜਿਹਦੇ ਵਿੱਚ 45 ਸਟਾਰਟਅਪਸ ਦਾ ਜ਼ਿਕਰ ਹੈਗਾ ਜਿਨ੍ਹਾਂ ਨੇ AI ਦੇ ਵਿੱਚ ਕੁਝ ਵਧੀਆ ਕੀਤਾ ਗਾ, ਜੋ ਵਧੀਆ ਕਰ ਰਹੇ ਨੇ ਉਹਨਾਂ ਦਾ ਜ਼ਿਕਰ ਹੈਗਾ ਇਸ ਬੁੱਕ ਦੇ ਵਿੱਚ। ਠੀਕ ਹੈ, ਇਸ ਕਰਕੇ ਇਹਦਾ ਨਾਮ ਨੇ ਰੱਖਿਆ ਗਿਆ AI ਪ੍ਰੈਨਿਓਰਸ ਆਫ ਇੰਡੀਆ। ਵੈਸੇ ਆਪਾਂ ਕੀ ਕਹਿੰਦੇ ਐਂਟਰਪ੍ਰੈਨੋਰ ਕਹਿੰਦੇ ਆ, ਐਂਡ ਜੋ AI ਦੇ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਕਿਹਾ ਗਿਆ AI ਪ੍ਰੈਨਿਓਰਸ। Next is the lost city of Charax Spasino, initially established by Alexander the Great, has finally been found deep in the desert of Iraq। ठीक है जी, ਅਲੈਗਜ਼ੈਂਡਰ ਦਾ ਗ੍ਰੇਟ ਨੇ ਇੱਕ ਸਿਟੀ ਇਸਟੈਬਲਿਸ਼ ਕੀਤੀ ਸੀਗੀ ਜਿਹਦਾ ਨਾਮ ਸੀਗਾ ਚਰਾਕਸ ਸਪਾਸਿਨੋ। ਇਹ ਲੋਸਟ ਹੋ ਗਈ ਸੀਗੀ, ਰੀਸੈਂਟਲੀ ਦੀ ਡਿਸਕਵਰੀ ਹੋਈ ਹੈ ਇਰਾਕ ਦੇ ਵਿੱਚ। ਨੈਕਸਟ ਲੋਜਰ ਹੈਡ ਟਰਟਲਸ ਨਿਊਜ਼ ਦੇ ਵਿੱਚ ਸੀਗੇ, ਇਹਨਾਂ ਦਾ IUCN ਸਟੇਟਸ ਵਲਨਰੇਬਲ ਹੈਗਾ, ਜਸਟ ਇੰਨਾ ਯਾਦ ਰੱਖਿਓ। ਇਹਨਾਂ ਦਾ ਜੋ ਸਾਈਜ਼ ਹੈ ਨਿਊਜ਼ ਦੇ ਵਿੱਚ ਕਿਉਂ ਸੀਗੇ, ਇਹਨਾਂ ਦਾ ਸਾਈਜ਼ ਜਿਹੜਾ X ਦਾ ਸਾਈਜ਼ ਆ ਉਹ ਘਟ ਰਿਹਾ ਗਾ ਐਂਡ ਇਹ X ਵੀ ਕਾਫੀ ਘੱਟ ਦੇ ਰਹੇ ਨੇ, ਇਸ ਕਰਕੇ ਨਿਊਜ਼ ਦੇ ਵਿੱਚ ਸੀਗੇ। ਸੋ IUCN ਸਟੇਟਸ ਤੁਸੀਂ ਯਾਦ ਰੱਖਣਾ ਬਸ। ਨੈਕਸਟ ਇਜ਼ ਟੁਲਬੁਲ ਨੈਵੀਗੇਸ਼ਨ ਬੈਰੇਜ ਪ੍ਰੋਜੈਕਟ। ਸਭ ਤੋਂ ਪਹਿਲਾਂ ਕਿੱਥੇ ਹੈਗਾ, ਇਹਦਾ ਇੱਕ ਸੈਕਿੰਡ ਨੇਮ ਹੈਗਾ ਵੂਲਰ ਬੈਰੇਜ ਵੀ ਇਹਨੂੰ ਕਿਹਾ ਜਾਂਦਾ ਗਾ। ਇਹ ਵੂਲਰ ਲੇਕ ਤੇ ਹੈਗਾ ਜੰਮੂ ਕਸ਼ਮੀਰ ਦੇ ਵਿੱਚ। ਠੀਕ ਹੈ ਜੀ, ਇਸ ਤੇ 1984 ਦੇ ਵਿੱਚ ਇਸ ਤੇ ਕੰਮ ਸ਼ੁਰੂ ਹੋਇਆ ਸੀਗਾ, ਬਟ ਪਾਕਿਸਤਾਨ ਨੇ ਓਬਜੈਕਟ ਕੀਤਾ ਅੰਡਰ ਇੰਡਸ ਵਾਟਰ ਟ੍ਰੀਟੀ ਕਿ ਤੁਸੀਂ ਇਸ ਤੇ ਡੈਮ ਨਹੀਂ ਬਣਾ ਸਕਦੇ, ਬੈਰੇਜ ਨਹੀਂ ਬਣਾ ਸਕਦੇ, ਤਾਂ ਕੰਮ ਜਿਹੜਾ ਰੁਕ ਗਿਆ ਸੀਗਾ। ਤਾਂ ਆਪਾਂ ਵੂਲਰ ਲੇਕ ਨੂੰ ਦੇਖ ਲੈਂਦੇ ਹਾਂ। ਵੂਲਰ ਲੇਕ ਕੀ ਹੈਗੀ ਹੈ, ਇਹ ਇੰਡੀਆ ਦੀ ਲਾਰਜੈਸਟ ਫਰੈਸ਼ ਵਾਟਰ ਲੇਕ ਹੈਗੀ ਆ ਜੋ ਕਿ ਜੰਮੂ ਕਸ਼ਮੀਰ ਦੇ ਬਾਂਦੀਪੁਰ ਡਿਸਟ੍ਰਿਕਟ ਦੇ ਵਿੱਚ ਲੋਕੇਟ ਹੈਗੀ ਹੈ। ਠੀਕ ਹੈ ਜੀ, ਐਂਡ ਵੂਲਰ ਲੇਕ ਜੋ ਹੈ ਉਹ ਵੈਟਲੈਂਡ ਆਫ ਇੰਟਰਨੈਸ਼ਨਲ ਇੰਪੋਰਟੈਂਸ ਵੀ ਆਪਣਾ ਹੈਗਾ ਅੰਡਰ ਦੀ ਰਾਮਸਰ ਕਨਵੈਨਸ਼ਨ। ਸੋ ਇੰਪੋਰਟੈਂਟ ਆਪਣੇ ਲਈ ਕੀ ਸੀਗਾ ਇਸ ਨਿਊਜ਼ ਦੇ ਵਿੱਚ ਕਿ ਜੋ ਟੁਲਬੁਲ ਨੈਵੀਗੇਸ਼ਨ ਬੈਰੇਜ ਪ੍ਰੋਜੈਕਟ ਹੈ ਉਹ ਕਿਹੜੀ ਲੇਕ ਤੇ ਹੈਗਾ, ਵੂਲਰ ਲੇਕ ਕਿਹੜੀ ਸਟੇਟ ਦੇ ਵਿੱਚ ਹੈਗਾ, ਜੰਮੂ ਕਸ਼ਮੀਰ, ਰਾਈਟ। ਬਸ ਇੰਨਾ ਹੀ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਵਨ ਲਾਈਨਰ ਨਿਊਜ਼ ਹੈਗੀ ਹੈ, ਬਾਇਓ ਏਸ਼ੀਆ 2026 ਇੰਟਰਨੈਸ਼ਨਲ ਸਮਿਟ ਟੂ ਬੀ ਹੋਸਟਡ ਬਾਏ ਹੈਦਰਾਬਾਦ ਤੇਲੰਗਾਨਾ ਦੇ ਵਿੱਚ ਬਾਇਓ ਏਸ਼ੀਆ ਸਮਿਟ ਹੋ ਰਹੀ ਹੈ। Next is India to host the inaugural fellowship training program on small arms and light weapons यानी कि SALW control for the Asia Pacific region for the first time in Asia and Jabalpur MP। So India जो है इन्हों SALW यानी कि small arms and light weapons ਤੇ ਇੱਕ ਪ੍ਰੋਗਰਾਮ ਕੰਡਕਟ ਕਰਵਾ ਰਿਹਾ ਫਸਟ ਟਾਈਮ ਏਸ਼ੀਆ ਦੇ ਵਿੱਚ, ਐਂਡ ਇਹ ਕੰਡਕਟ ਕਿੱਥੇ ਹੋ ਰਿਹਾ ਹੈਗਾ, ਜਬਲਪੁਰ MP ਦੇ ਵਿੱਚ। ਠੀਕ ਹੈ ਜੀ, ਇਹਦੇ ਵਿੱਚ ਹੋਊਗਾ ਕਿ ਇਟ ਇਜ਼ ਅ 3 week ਕੈਪੈਸਿਟੀ ਬਿਲਡਿੰਗ ਇਨੀਸ਼ੀਏਟਿਵ aimed at strengthening government expertise in controlling the illicit trade and misuse of small arms and light weapons। ਸੋ ਇੱਕ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਹੈਗਾ ਕਿ ਜੋ ਗੌਰਮੈਂਟ ਨੂੰ ਸਟਰੈਂਥਨ ਕਰੂਗਾ, ਗੌਰਮੈਂਟ ਦੀ ਕੈਪੈਸਿਟੀ ਨੂੰ ਵਧਾਊਗਾ ਕਿ ਕਿਵੇਂ ਤੁਸੀਂ ਜੋ ਸਮੋਲ ਆਰਮਸ ਜਾਂ ਫਿਰ ਲਾਈਟ ਵੈਪਨਸ ਦੇ ਵਿੱਚ ਜੋ ਇਲੀਗਲ ਆਪਣਾ ਟ੍ਰੇਡ ਹੁੰਦਾ ਗਾ ਉਹਨੂੰ ਕਿਵੇਂ ਰੋਕ ਸਕਦੇ ਆਪਾਂ। ਸੋ ਉਹਦੇ ਲਈ ਇੱਕ 3 week ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਹੈਗਾ ਹੈ। ਠੀਕ ਹੈ, ਇੰਡੀਆ ਨੇ ਫਸਟ ਟਾਈਮ ਇਹਨੂੰ ਹੋਸਟ ਕੀਤਾ ਗਾ ਜਬਲਪੁਰ MP ਦੇ ਵਿੱਚ। ਨੈਕਸਟ ਇਜ਼ ਓਲ ਚੀਕੀ ਸਕ੍ਰਿਪਟ ਨਿਊਜ਼ ਦੇ ਵਿੱਚ ਸੀਗੀ, ਡਿਵੈਲਪ ਕਿਹਨੇ ਕੀਤੀ ਸੀਗੀ, ਪੰਡਿਤ ਰਘੂਨਾਥ ਮੁਰਮੂ ਨੇ 1925 ਦੇ ਵਿੱਚ। ਇੰਪੋਰਟੈਂਟ ਹੈ ਐਂਡ ਇਟ ਇਜ਼ ਅ ਓਫੀਸ਼ੀਅਲ ਰਾਈਟਿੰਗ ਸਿਸਟਮ ਆਫ ਦਾ ਸੰਥਾਲੀ ਲੈਂਗੁਏਜ। ਠੀਕ ਹੈ, ਇਹ ਸਕ੍ਰਿਪਟ ਕਿਹਦੀ ਹੈਗੀ ਹੈ, ਸੰਥਾਲੀ ਲੈਂਗੁਏਜ। ਜਿਵੇਂ ਆਪਾਂ ਵੇਖਦੇ ਨਾ ਪੰਜਾਬੀ ਲੈਂਗੁਏਜ ਦੀ ਆਪਾਂ ਸਕ੍ਰਿਪਟ ਕਿਹੜੀ ਯੂਜ਼ ਕਰਦੇ ਹਾਂ, ਗੁਰਮੁਖੀ ਸਕ੍ਰਿਪਟ ਹੈਗੀ ਆ। ਹਿੰਦੀ ਦੀ ਆਪਾਂ ਦੇਵਨਾਗਰੀ ਸਕ੍ਰਿਪਟ ਜੋ ਯੂਜ਼ ਕਰਦੇ ਹਾਂ, ਉਹ ਇਹ ਸੰਥਾਲੀ ਲੈਂਗੁਏਜ ਜੋ ਕਿ ਝਾਰਖੰਡ, ਮੇਨਲੀ ਝਾਰਖੰਡ, ਉੜੀਸਾ ਇਹ ਵਾਲੇ ਰੀਜਨ ਦੇ ਵਿੱਚ ਬੋਲੀ ਜਾਂਦੀ ਹੈ, ਉਹਦੇ ਵਿੱਚ ਜੋ ਸਕ੍ਰਿਪਟ ਯੂਜ਼ ਹੁੰਦੀ ਹੈ ਉਹ ਹੁੰਦੀ ਹੈ ਓਲ ਚੀਕੀ ਸਕ੍ਰਿਪਟ। ਐਂਡ ਕਿਹਨਾਂ ਨੇ ਡਿਵੈਲਪ ਕੀਤੀ ਸੀਗੀ, ਪੰਡਿਤ ਰਘੂਨਾਥ ਮੁਰਮੂ, ਇਹਨਾਂ ਦਾ ਨਾਮ ਵੀ ਤੁਸੀਂ ਯਾਦ ਰੱਖਣਾ। ਨੈਕਸਟ ਇਜ਼ ਬੀ ਕੋਰੀਡੋਰ। ਸੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜੋ ਹੈਗੇ ਆ ਉਹ ਬੀ ਕੋਰੀਡੋਰਸ ਬਣਾ ਰਹੇ ਆ। ਜਿਵੇਂ ਆਪਾਂ ਨੈਸ਼ਨਲ ਹਾਈਵੇਜ਼ 'ਤੇ ਚੱਲਦੇ ਹਾਂ, ਵਿਚਾਲੇ ਜੋ ਡਿਵਾਈਡਰਸ ਹੁੰਦੇ ਉੱਥੇ ਪਲਾਂਟਸ ਆਪਾਂ ਦੇਖਦੇ ਹਾਂ ਨਾ, ਉੱਥੇ ਜੋ ਹੈ ਉਹੋ ਜਿਹੇ ਫਲਾਵਰਸ ਐਂਡ ਪਲਾਂਟਸ ਲਾਏ ਜਾਣਗੇ ਜਿੱਥੇ ਬੀ ਜੋ ਹੈ ਆਪਣਾ ਨੈਕਟਰ ਯੂਜ਼ ਕਰ ਸਕਦੇ ਆ। ਠੀਕ ਹੈ ਜੀ, ਸੋ ਇਹਨਾਂ ਨੂੰ ਬੀ ਕੋਰੀਡੋਰ ਦਾ ਨਾਮ ਦਿੱਤਾ ਗਿਆ। ਸੋ ਬੀ ਫਰੈਂਡਲੀ ਵੈਜੀਟੇਸ਼ਨ ਉੱਥੇ ਲਗਾਏ ਜਾਣਗੇ ਜਿਹਦੇ ਵਿੱਚ ਫਲਾਵਰਸ ਹੋਣਗੇ, ਪਲਾਂਟਸ ਹੋਣਗੇ, ਜਿਹਦੇ ਵਿੱਚ ਜੋ ਨੈਕਟਰ ਦੀ ਅਵੇਲੇਬਿਲਿਟੀ ਆ ਉਹ ਥਰੂ ਆਊਟ ਦਾ ਈਅਰ ਬਣੀ ਰਹੇ। ਨੈਕਸਟ ਇਜ਼ ਇੰਪੋਰਟੈਂਟ ਨਿਊਜ਼ ਹੈ ਕ੍ਰਿਸ਼ਨਾ ਕੈਡੇਟ ਟ੍ਰੇਨਿੰਗ ਸ਼ਿਪ। ਠੀਕ ਹੈ ਜੀ, ਸੋ ਜੋ ਨੇਵੀ ਦੇ ਵਿੱਚ ਜੋ ਪਰਸਨਲਸ ਹੁੰਦੇ ਨੇ, ਠੀਕ ਹੈ, ਜੋ ਨਵੇਂ ਜਾਂਦੇ ਹੁੰਦੇ ਉੱਥੇ ਪਰਸਨਸ, ਸੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹਨਾਂ ਨੂੰ ਟ੍ਰੇਨਿੰਗ ਲਈ ਜੋ ਕੈਡੇਟ ਟ੍ਰੇਨਿੰਗ ਸ਼ਿਪਸ ਹੁੰਦੀਆਂ ਨੇ। ਸੋ ਕ੍ਰਿਸ਼ਨਾ ਜੋ ਹੈ ਇੱਕ ਸ਼ਿਪ ਦਾ ਹੀ ਨਾਮ ਹੈਗਾ, ਇੱਕ ਕੈਡੇਟ ਟ੍ਰੇਨਿੰਗ ਸ਼ਿਪ ਹੈਗੀ ਆ, ਐਂਡ ਇਟ ਇਜ਼ ਦੀ ਫਸਟ ਆਫ ਦਾ 3 ਇੰਡੀਜਨਸ ਕੈਡੇਟ ਟ੍ਰੇਨਿੰਗ ਸ਼ਿਪਸ ਬੀਇੰਗ ਬਿਲਟ ਬਾਏ
MSLNT शिपयार्ड फॉर द इंडियन नेवी वाज लॉन्च। ठीक है जी। सो इंडिया जो है 3 इंडिजिनस यानी कि खुद जो है वो कैडेट ट्रेनिंग शिप्स बना ਰਿਹਾ ਗਾ। ਉਹਦੇ ਵਿੱਚੋਂ ਜੋ ਫਸਟ ਸ਼ਿਪ ਆਪਣੀ ਹੈਗੀ ਹੈ ਦੈਟ ਇਜ਼ ਦੀ ਕ੍ਰਿਸ਼ਨਾ। ਠੀਕ ਹੈ, ਇਹਦਾ ਨਾਮ ਤੁਸੀਂ ਯਾਦ ਰੱਖਣਾ ਹੈ। ਡਾਇਰੈਕਟ ਕੁਐਸਚਨ ਆ ਸਕਦਾ ਵੀ ਕ੍ਰਿਸ਼ਨਾ ਨਿਊਜ਼ ਦੇ ਵਿੱਚ ਸੀਗਾ ਇਹ ਕੀ ਹੈਗਾ। ਸੋ ਇਟ ਇਜ਼ ਅ ਕੈਡੇਟ ਟ੍ਰੇਨਿੰਗ ਸ਼ਿਪ ਜਿਹਦੇ ਵਿੱਚ ਜੋ ਨਿਊ ਕੈਡੇਟਸ ਜੁਆਇਨ ਕਰਦੇ ਇੰਡੀਅਨ ਨੇਵੀ ਨੂੰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ। ਨੈਕਸਟ ਇਜ਼ ਇੰਡੀਆ ਫਰਾਂਸ ਸਪੈਸ਼ਲ ਗਲੋਬਲ ਸਟ੍ਰੈਟੇਜਿਕ ਪਾਰਟਨਰਸ਼ਿਪ। ਠੀਕ ਹੈ ਜੀ। ਸੋ ਫਰਾਂਸ ਦੇ ਜੋ ਪ੍ਰੈਜ਼ੀਡੈਂਟ ਸੀਗੇ ਇਮੈਨੂਅਲ ਮੈਕਰੋਨ ਉਹ ਇੰਡੀਆ ਦੇ ਵਿਜ਼ਿਟ 'ਤੇ ਸੀਗੇ। ਉਹਨਾਂ ਨੇ ਇਹ ਜੋ ਇੰਡੀਆ ਦੇ ਵਿੱਚ AI ਇੰਪੈਕਟ ਸਮਿਟ ਚੱਲ ਰਹੀ ਸੀਗੀ, ਠੀਕ ਹੈ, ਉਹਦੇ ਵਿੱਚ ਸ਼ਿਰਕਤ ਕੀਤੀ ਸੀਗੀ। ਐਂਡ ਇਸੇ ਟਾਈਮ 'ਤੇ ਉਹਨਾਂ ਨੇ ਸਪੈਸ਼ਲ ਗਲੋਬਲ ਸਟ੍ਰੈਟੇਜਿਕ ਪਾਰਟਨਰਸ਼ਿਪ ਅਨਾਊਂਸ ਕੀਤੀ ਹੈ। ਪਹਿਲਾਂ ਇੱਕ ਬਾਇਲੇਟਰਲ ਟਾਈ ਸੀਗੀ, ਉਹਨੂੰ ਐਨਹਾਂਸ ਕਰਕੇ ਹੁਣ ਆਪਾਂ ਕੀ ਕਰ ਰਹੇ ਹਾਂ, ਸਪੈਸ਼ਲ ਗਲੋਬਲ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਦਰਜਾ ਦਿੱਤਾ ਗਾ ਦੋਵੇਂ ਕੰਟਰੀਜ਼ ਨੇ। ਠੀਕ ਹੈ ਜੀ। ਐਂਡ ਲਾਸਟ ਆਪਣੀ ਕਲਾਸ ਦੇ ਵਿੱਚ ਆਪਾਂ ਕਵਰ ਕੀਤਾ ਸੀਗਾ ਕਿ ਇੰਡੀਆ ਫਰਾਂਸ ਨੇ ਇੱਕ ਈਅਰ ਆਫ ਇਨੋਵੇਸ਼ਨ ਵੀ ਲਾਂਚ ਕੀਤਾ ਗਾ। ਇਹਦੇ ਵਿੱਚ ਕੀ ਹੋਊਗਾ, ਹਾਈ ਇੰਪੈਕਟ ਕੋਲੈਬੋਰੇਸ਼ਨਸ ਹੋਣਗੀਆਂ AI ਦੇ ਵਿੱਚ, ਹੈਲਥ ਕੇਅਰ ਦੇ ਵਿੱਚ, ਸਸਟੇਨੇਬਲ ਡਿਵੈਲਪਮੈਂਟ ਅਕਰੋਸ ਬੋਥ ਨੇਸ਼ਨ। ਸੋ ਜੋ ਵੀ AI ਦੇ ਵਿੱਚ ਜੋ ਇਨੋਵੇਸ਼ਨਸ ਹੋ ਰਹੀਆਂ ਨੇ, ਹੈਲਥ ਕੇਅਰ ਦੇ ਵਿੱਚ ਜੋ ਇਨੋਵੇਸ਼ਨਸ ਹੋ ਰਹੀਆਂ ਉਹ ਇਨੋਵੇਸ਼ਨ ਦੇ ਵਿੱਚ ਇੰਡੀਆ ਐਂਡ ਫਰਾਂਸ ਜੋ ਕੋਲੈਬੋਰੇਟ ਕਰਨਗੇ। ਉਸ ਤੋਂ ਬਾਅਦ ਜੋ ਫਾਈਟਰ ਜੈਟ ਇੰਜਨਸ ਹੈ ਉਹਨਾਂ ਦੀ ਆਪਾਂ ਕੋ ਪ੍ਰੋਡਕਸ਼ਨ ਕਰਾਂਗੇ, ਦੋਵੇਂ ਕੰਟਰੀਜ਼ ਮਿਲ ਕੇ ਜੋ ਫਾਈਟਰ ਜੈਟਸ ਬਣਾਉਣਗੇ। ਠੀਕ ਹੈ ਜੀ। ਆਪਾਂ ਰਾਫੇਲ ਦਾ ਜ਼ਿਕਰ ਵੀ ਇਹਦੇ ਵਿੱਚ ਸੀਗਾ, ਉੱਪਰ ਆਪਾਂ ਆਲਰੇਡੀ ਕਵਰ ਕਰ ਚੁੱਕੇ ਨੇ। ਨੈਕਸਟ ਇਜ਼ ਕੋ ਡਿਵੈਲਪ ਕਰਨਗੇ ਐਡਵਾਂਸਡ ਮੋਡੂਲਰ ਰਿਐਕਟਰਸ ਟੂ ਬੋਲਸਟਰ ਇੰਡੀਆਜ਼ 100 ਗੀਗਾਵਾਟ। ਐਂਡ ਇੰਡੀਆ ਦਾ ਜੋ ਟਾਰਗੇਟ ਹੈਗਾ 100 ਗੀਗਾਵਾਟ ਨਿਊਕਲੀਅਰ ਦਾ ਐਨਰਜੀ ਦਾ, ਉਹਨੂੰ ਫੁਲਫਿਲ ਕਰਨ ਲਈ ਜੋ ਹੈ ਜੋ ਫਰਾਂਸ ਹੈ ਉਹ ਇੰਡੀਆ ਦੀ ਮਦਦ ਕਰੂਗਾ ਇਨ ਡਿਵੈਲਪਿੰਗ ਐਡਵਾਂਸਡ ਮੋਡੂਲਰ ਰਿਐਕਟਰਸ। ਉਸ ਤੋਂ ਬਾਅਦ establishing a research center involving AIMS New Delhi and Paris Brain Institute to integrate AI into healthcare। ठीक है जी। next news is Microsoft appointed Indian origin Asha Sharma, काफ़ी important है, as executive vice president and CEO of Microsoft Gaming। so Microsoft Gaming ਦੇ vice president and CEO ਕਿਹਨਾਂ ਨੂੰ ਬਣਾਇਆ ਗਿਆ, ਆਸ਼ਾ ਸ਼ਰਮਾ ਨੂੰ ਬਣਾਇਆ ਗਿਆ। ਅਪਾਇੰਟਮੈਂਟ ਤੋਂ ਰਿਲੇਟਡ ਨਿਊਜ਼ ਹੈਗੀ ਆ। ਨੈਕਸਟ ਇਜ਼ ਕਤਰ ਓਪਨ ਟਾਈਟਲ 2026, ਇਹ ਟੈਨਿਸ ਦਾ ਟਾਈਟਲ ਹੈਗਾ। ਮੈਨਸ ਕੈਟਾਗਰੀ ਦੇ ਵਿੱਚ ਕਾਰਲੋਸ ਐਲਕਾਰਾਜ਼ ਨੂੰ ਮਿਲਿਆਗਾ। ਐਂਡ ਵੂਮੈਨਸ ਕੈਟਾਗਰੀ ਦਾ ਜੋ ਟਾਈਟਲ ਹੈ ਉਹ ਕਿਹਨਾਂ ਨੇ ਜਿੱਤਿਆ, ਕੈਰੋਲੀਨਾ ਮੁਸ਼ੋਵਾ ਨੇ। ਨੈਕਸਟ ਇਜ਼ ਅਟਲ ਬਿਹਾਰੀ ਵਾਜਪਾਈ ਦਾ ਐਟਰਨਲ ਸਟੇਟਮੈਂਟ ਬੁੱਕ ਕਿਹਨਾਂ ਨੇ ਲਿਖੀ ਹੈ, ਵਿਜੇ ਗੋਇਲ ਨੇ ਲਿਖੀ ਹੈ। ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਆਪਰੇਸ਼ਨ ਸ਼ਿਵੈਲਰਸ ਨਾਈਟ 3। ਠੀਕ ਹੈ ਜੀ। ਕਿਸ ਨੇ ਲਾਂਚ ਕੀਤਾ ਗਾ, ਸਭ ਤੋਂ ਪਹਿਲਾਂ UAE ਨੇ ਲਾਂਚ ਕੀਤਾ ਗਾ। ਐਂਡ ਇਟ ਇਜ਼ ਅ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਮਿਸ਼ਨ to provide emergency relief and infrastructure support to the Palestinian people in Gaza Strip। ਸੋ ਗਾਜ਼ਾ ਸਟ੍ਰਿਪ ਦੇ ਵਿੱਚ ਆਪਾਂ ਵੇਖਿਆ ਕਿ ਜੋ ਇਜ਼ਰਾਈਲ ਤੇ ਪੈਲਸਤੀਨ ਦੀ ਜੋ ਵੋਰ ਲਾਈਕ ਸਿਚੁਏਸ਼ਨ ਉੱਥੇ ਬਣੀ ਹੋਈ ਹੈ ਗਾਜ਼ਾ ਦੇ ਵਿੱਚ, ਕਾਫੀ ਸਿਵਿਲੀਅਨਸ ਦੀ ਉੱਥੇ ਡੈਥ ਹੁੰਦੀ ਹੈ ਗਾਜ਼ਾ ਦੇ ਵਿੱਚ। ਸੋ ਉਹਨਾਂ ਨੂੰ ਇੱਕ ਹਿਊਮੈਨੀਟੇਰੀਅਨ ਰਿਲੀਫ ਪ੍ਰੋਵਾਈਡ ਕਰਾਉਣ ਲਈ, ਉਹਨਾਂ ਦਾ ਇਨਫਰਾਸਟਰਕਚਰ ਸਪੋਰਟ ਕਰਨ ਲਈ ਜੋ ਹੈ UAE ਯੂਨਾਈਟਿਡ ਅਰਬ ਐਮੀਰਾਤ ਨੇ ਇਸ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਆ। ਨੈਕਸਟ ਇਜ਼ ਜ਼ੋਮੀ ਕਮਿਊਨਿਟੀ ਨਿਊਜ਼ ਦੇ ਵਿੱਚ ਸੀਗੀ, ਕਿਹੜੀ ਸਟੇਟ ਤੋਂ ਬਿਲੋਂਗ ਕਰਦੀ ਹੈ, ਮਨੀਪੁਰ ਦੇ ਵਿੱਚ ਇਹ ਕਮਿਊਨਿਟੀ ਪਾਈ ਜਾਂਦੀ ਹੈ, ਬਸ ਇੰਨਾ ਯਾਦ ਰੱਖਿਓ। Next news is related to Baglihar hydropower project on Chenab river in Jammu Kashmir। Again Indus Water Treaty suspend ਹੋਈ ਹੈ ਤਾਂ ਉਹਦਾ ਇੰਡੀਆ ਜੋ ਪੂਰਾ ਫਾਇਦਾ ਉਠਾ ਰਹੀ ਹੈ ਹੁਣ। ਠੀਕ ਹੈ, ਇਸੇ ਕਰਕੇ ਨਿਊਜ਼ ਦੇ ਵਿੱਚ ਸੀਗਾ। ਸੋ ਆਪਾਂ ਇਹਦੇ ਵਿੱਚ ਯਾਦ ਕੀ ਰੱਖਣਾ ਹੈਗਾ ਕਿ ਜੋ ਬਾਗਲੀਹਾਰ ਹਾਈਡਰੋ ਪਾਵਰ ਪ੍ਰੋਜੈਕਟ ਆ ਕਿਹੜੀ ਰਿਵਰ 'ਤੇ, ਚਨਾਬ ਰਿਵਰ 'ਤੇ, ਜੰਮੂ ਕਸ਼ਮੀਰ ਦੇ ਵਿੱਚ। ਠੀਕ ਹੈ ਜੀ। ਬਾਕੀ ਜੋ ਡੈਮਸ ਚਨਾਬ ਰਿਵਰ 'ਤੇ ਨੇ ਉਹ ਹੈਗੇ ਸਲਾਲ ਡੈਮ, ਕਾਫੀ ਇੰਪੋਰਟੈਂਟ ਹੈ, ਨਿਊਜ਼ ਦੇ ਵਿੱਚ ਰਹਿੰਦਾ ਸੀ ਪਹਿਲਾਂ ਵੀ, ਅਲਾਲ ਡੈਮ, ਬਾਗਲੀਹਾਰ ਐਂਡ ਡੋਲ। ਠੀਕ ਹੈ ਜੀ, ਸਾਰੇ ਤੁਸੀਂ ਯਾਦ ਰੱਖਣੇ ਆ। ਨੈਕਸਟ ਇਜ਼ ਨਿਊਜ਼ ਇਜ਼ ਰਿਲੇਟਡ ਟੂ ਟੈਟਨਸ ਐਂਡ ਐਡਲਟ ਡੈਪਥੀਰੀਆ ਵੈਕਸੀਨ ਜੋ ਬਣਾਈ ਜਾ ਰਹੀ ਹੈ। ਬਸ ਇਹਦੇ ਵਿੱਚ ਆਪਾਂ ਯਾਦ ਕੀ ਰੱਖਣਾ ਹੈ ਕਿ ਜੋ ਟੈਟਨਸ ਐਂਡ ਡੈਪਥੀਰੀਆ, ਟੈਟਨਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਣਾ ਕੋਈ ਵਾਊਂਡ ਆਪਾਂ ਨੂੰ ਹੋ ਜਾਂਦਾ ਤਾਂ ਉਹ ਇਨਫੈਕਸ਼ੀਅਸ ਡਿਸੀਜ਼ ਹੁੰਦੀ ਹੈ ਕਾਫੀ, ਜੋ ਆਪਣੀ ਮਸਲਸ ਹੁੰਦੀ ਹੈ ਕਾਫੀ ਸਟਿਫ ਹੋ ਜਾਂਦੀ ਆ। ਠੀਕ ਹੈ, ਕਾਫੀ ਖਤਰਨਾਕ ਬਿਮਾਰੀ ਹੈਗੀ ਹੈ। ਡੈਪਥੀਰੀਆ ਦੇ ਵਿੱਚ ਕੀ ਹੁੰਦਾ ਹੈ ਕਿ ਸਾਂਸ ਲੈਣ ਦੇ ਵਿੱਚ ਜੋ ਪ੍ਰੋਬਲਮ ਹੁੰਦੀ ਹੈ, ਜਨਰਲੀ ਬੱਚਿਆਂ ਦੇ ਵਿੱਚ ਪਾਈ ਜਾਂਦੀ ਹੈ। ਸੋ ਇਹ ਦੋਵੇਂ ਬਿਮਾਰੀ ਜੋ ਹੈ ਉਹ ਬੈਕਟੀਰੀਆ ਕਰਕੇ ਹੁੰਦੇ ਆ। ਸੋ ਇਹੀ ਆਪਾਂ ਯਾਦ ਰੱਖਣਾ ਇਸ ਨਿਊਜ਼ ਦੇ ਵਿੱਚ। ਨੈਕਸਟ ਇਜ਼ AI ਸਮਿਟ ਡੈਕਲੇਰੇਸ਼ਨ 2026 ਜੋ ਹੈ ਉਹ ਅਨਾਊਂਸ ਕੀਤਾ, ਕਿਉਂਕਿ ਜਦੋਂ ਸਮਿਟ ਕੋਈ ਵੀ ਕਨਕਲੂਡ ਹੁੰਦੀ ਹੈ ਤਾਂ ਉਹਦੇ 'ਤੇ ਇੱਕ ਡੈਕਲੇਰੇਸ਼ਨ ਸਾਈਨ ਹੁੰਦਾ ਗਾ। ਸੋ ਉਹਨੂੰ ਆਪਾਂ ਨਿਊ ਦਿੱਲੀ ਡੈਕਲੇਰੇਸ਼ਨ ਦਾ ਨਾਮ ਦਿੱਤਾ ਗਿਆ। ਐਂਡ ਇਹ ਜੋ AI ਸਮਿਟ ਹੈਗੀ ਆ 16 ਫਰਵਰੀ ਤੋਂ 20 ਫਰਵਰੀ ਦੇ ਵਿੱਚ ਹੋਈ ਸੀਗੀ। ਠੀਕ ਹੈ ਜੀ, AI 'ਤੇ ਸਮਿਟ ਸੀਗੀ। ਐਂਡ ਇਹਦੇ ਵਿੱਚ ਆਪਣੇ ਲਈ ਇੰਪੋਰਟੈਂਟ ਕੀ ਹੈਗਾ ਕਿ ਇੱਕ ਬੈਂਗਲੁਰੂ ਬੇਸਡ ਕੰਪਨੀ ਹੈਗੀ ਹੈ ਜਿਹਦਾ ਨਾਮ ਹੈਗਾ ਸਰਵਮ AI। ਇਹਨਾਂ ਨੇ ਇੱਕ ਲਾਰਜ ਲੈਂਗੁਏਜ ਮੋਡਲ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਵਿੱਚ ਜੋ AI ਹੋਊਗੀ ਉਹ
अलग अलग लैंगुएज का यूज़ करूगी बेसिकली, ठीक है, जिन्होंने जो पंजाबी भी होगी वो हिंदी भी होगी, जो बाकी लोकल लैंगुएजेस आ ਉਹਦਾ भी यूज़ जो है इस ਦੇ ਵਿੱਚ ਹੋਊਗਾ। नेक्स्ट इज़ 1 plant per day resolution completed 5 years। ਸੋ 1 ਪਲਾਂਟ ਪਰ ਡੇ ਰੈਜ਼ੋਲੂਸ਼ਨ ਇਹ 2021 ਦੇ ਵਿੱਚ ਲਿਆ ਗਿਆ ਸੀਗਾ ਐਂਡ ਇਹ ਜੋ ਇਨੀਸ਼ੀਏਟਿਵ ਸੀਗਾ ਉਹ ਲਾਂਚ ਕੀਤਾ ਸੀਗਾ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਜੀ ਨੇ, ਠੀਕ ਹੈ ਜੀ। ਐਂਡ ਇਹਦੇ ਵਿੱਚ ਬੇਸਿਕਲੀ ਕੀ ਇਹ ਨਾਮ ਤੋਂ ਹੀ ਕਲੀਅਰ ਹੈ 1 ਪਲਾਂਟ ਪਰ ਡੇ ਕਿ ਇੱਕ ਰੈਜ਼ੋਲੂਸ਼ਨ ਲਿਆ ਗਿਆ ਕਿ ਜੋ ਨਾਗਰਿਕ ਹੈ ਫਿਰ ਜੋ ਕਮਿਊਨਿਟੀ ਹੈ ਉਹ ਮਿਲ ਕੇ ਇੱਕ ਦਿਨ ਦੇ ਵਿੱਚ ਇੱਕ ਪਲਾਂਟ ਜਾਂ ਉਗਾਉਣਗੇ, ਠੀਕ ਹੈ ਜੀ। ਸੋ ਐਫੋਰੈਸਟੇਸ਼ਨ ਲਈ ਇੱਕ ਵਧੀਆ ਡਰਾਈਵ ਸੀਗੀ ਇਹ। ਐਂਡ ਕਿਹੜੀ ਮਿਨਿਸਟਰੀ ਇਹਦੇ ਵਿੱਚ ਇਨਵੋਲਵ ਹੈਗੀਆਂ ਨੇ, ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਐਂਡ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ। ਸੋ 2 ਮਿਨਿਸਟਰੀਜ਼ ਹੈ, ਇਹ ਤੁਸੀਂ ਯਾਦ ਰੱਖਣੀਆਂ ਨੇ। ਨੈਕਸਟ ਨਿਊਜ਼ ਇਜ਼ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਯਾਨੀ ਕਿ AIMA ਅਵਾਰਡਸ ਇਹ ਅਨਾਊਂਸ ਕੀਤੇ ਗਏ ਰੀਸੈਂਟਲੀ। ਇਹਦੇ ਵਿੱਚ ਜੋ ਕਰਨ ਐਡਵਾਨੀ ਨੇ ਇਹਨਾਂ ਨੂੰ ਬਿਜ਼ਨਸ ਲੀਡਰ ਅਵਾਰਡ ਦਿੱਤਾ ਗਿਆ। ਮੋਹਿਤ ਸੂਰੀ ਇਹਨਾਂ ਨੂੰ ਡਾਇਰੈਕਟਰ ਆਫ ਦਾ ਈਅਰ ਅਵਾਰਡ ਦਿੱਤਾ ਗਿਆ ਸਯਾਰਾ ਮੂਵੀ ਲਈ। ਆਊਟਸਟੈਂਡਿੰਗ PSU ਆਫ ਦਾ ਈਅਰ ਦਿੱਤਾ ਗਿਆ ਕੋਚਿਨ ਸ਼ਿਪਯਾਰਡ ਲਿਮਿਟਿਡ ਨੂੰ। ਯੰਗ ਬਿਜ਼ਨਸ ਲੀਡਰ ਆਫ ਦਾ ਈਅਰ ਅਨੰਨਿਆ ਬਿਰਲਾ ਨੂੰ ਦਿੱਤਾ ਗਿਆ ਐਂਡ ਲਾਈਫ ਟਾਈਮ ਕੰਟਰੀਬਿਊਸ਼ਨ ਅਵਾਰਡ ਹਰਸ਼ ਮਾਰੀਵਾਲਾ ਨੂੰ ਦਿੱਤਾ ਗਿਆ। Next news is related to UNESCO. So UNESCO award for conservation won by 475-year-old Our Lady of Grace Cathedral in Vasai, Maharashtra. UNESCO ਦਾ ਅਵਾਰਡ ਹੈਗਾ ਕੰਜ਼ਰਵੇਸ਼ਨ ਲਈ, ਕਿਹਨੂੰ ਮਿਲਿਆਗਾ? Our Lady of Grace Cathedral, ਇਹਨੂੰ ਦੇਖ ਸਕਦੇ ਹੋ ਪਿਕਚਰ ਦੇ ਵਿੱਚ ਇਹੋ ਜਿਹੀ ਚਰਚ ਦਿਖਦੀ ਹੈ, ਠੀਕ ਹੈ ਜੀ। ਕਿੱਥੇ ਹੈਗੀ ਹੈ? ਵਸਾਈ ਮਹਾਰਾਸ਼ਟਰ ਦੇ ਵਿੱਚ। ਸੋ ਇਹਨਾਂ ਨੇ ਕਾਫੀ ਵਧੀਆ ਕੰਜ਼ਰਵ ਕਰਕੇ ਰੱਖਿਆ ਆਪਣੀ ਕੈਥੇਡਰਲ ਨੂੰ, ਇਹਦੇ ਲਈ ਜੋ ਇਹ ਅਵਾਰਡ ਦਿੱਤਾ ਗਿਆ। ਨੈਕਸਟ ਇਜ਼ ਐਕਸਰਸਾਈਜ਼ ਵਜਰ ਪ੍ਰਹਾਰ 2026। ਪਹਿਲਾਂ ਤਾਂ ਕਿਹੜੀ 2 ਕੰਟਰੀਜ਼ ਦੇ ਵਿੱਚ ਹੁੰਦੀ ਹੈ? ਇੰਡੀਆ ਐਂਡ US ਆਰਮੀ ਦੇ ਵਿੱਚ ਹੁੰਦੀਆਂ ਨੇ ਐਂਡ ਉਹ ਕਿੱਥੇ ਹੋਣ ਜਾ ਰਹੀ ਹੈ? ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਣ ਜਾ ਰਹੀ ਹੈ। ਇਹ ਵੀ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਗੌਰਮੈਂਟ ਲਾਂਚੇਸ ਸਾਹੀ ਐਂਡ ਬੋਧ ਟੂ ਸਟਰੈਂਥਨ ਹੈਲਥ AI ਸਿਸਟਮ, ਠੀਕ ਹੈ ਜੀ, ਇਕੋਸਿਸਟਮ। ਸੋ AI ਨੂੰ ਲੈ ਕੇ ਬਹੁਤ ਕੁਝ ਹੋ ਰਿਹਾ। AI ਨੂੰ ਹੁਣ ਆਪਾਂ ਐਜੂਕੇਸ਼ਨ ਦੇ ਵਿੱਚ ਵੀ ਇੰਟੀਗ੍ਰੇਟ ਕਰ ਰਹੇ ਹਾਂ, AI ਨੂੰ ਆਪਾਂ ਹੈਲਥ ਦੇ ਵਿੱਚ ਵੀ ਇੰਟੀਗ੍ਰੇਟ ਕਰ ਰਹੇ ਹਾਂ। ਸੋ ਉਹਦੇ ਰਿਗਾਰਡਿੰਗ ਹੀ ਗੌਰਮੈਂਟ ਨੇ 2 ਪ੍ਰੋਗਰਾਮ ਚਲਾਏ ਹੈ, ਸਾਹੀ ਤੇ ਬੋਧ, ਠੀਕ ਹੈ। ਇਹਨਾਂ ਦੀ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਹੈ। ਸਾਹੀ ਦਾ ਮਤਲਬ ਹੈਗਾ ਇਟ ਇਜ਼ ਅ ਸਟ੍ਰੈਟਜੀ ਫॉर ਆਰਟੀਫਿਸ਼ੀਅਲ ਇੰਟੈਲੀਜੈਂਸ ਇਨ ਹੈਲਥ ਕੇਅਰ ਫॉर ਇੰਡੀਆ। It is a national guidance framework to enable the safe, ethical, evidence-based and inclusive adoption of artificial intelligence across। So basically ਉਹੀ ਗੱਲ ਹੈਗੀ ਹੈ ਕਿ ਇੰਡੀਆ ਦੇ ਹੈਲਥ ਕੇਅਰ ਦੇ ਵਿੱਚ ਜੋ ਆਪਾਂ AI ਦਾ ਯੂਜ਼ ਕਰ ਰਹੇ ਨੇ ਉਹਦਾ ਸੇਫ ਯੂਜ਼ ਹੋਵੇ, ਐਥੀਕਲ ਯੂਜ਼ ਹੋਵੇ, ਇਨਕਲੂਸਿਵ ਯੂਜ਼ ਹੋਵੇ, ਠੀਕ ਹੈ। ਉਹਦੇ ਲਈ ਇਹ ਪ੍ਰੋਗਰਾਮ ਲਾਇਆ ਗਿਆ ਸਾਹੀ ਐਂਡ ਬੋਧ ਕੀ ਹੈਗਾ? ਇਹਦੀ ਫੁੱਲ ਫਾਰਮ ਹੈਗੀ ਆ ਦੀ ਬੈਂਚਮਾਰਕਿੰਗ ਓਪਨ ਡਾਟਾ ਪਲੇਟਫਾਰਮ ਫॉर ਹੈਲਥ AI। ਬਣਾਇਆ ਕਿਹਨਾਂ ਨੇ ਹੈ? IIT ਕਾਨਪੁਰ ਨੇ ਇਹਨੂੰ ਇਸਟੈਬਲਿਸ਼ ਕੀਤਾ ਗਾ। ਇਟ ਇਜ਼ ਅ ਪ੍ਰਾਈਵੇਸੀ ਪ੍ਰੀਜ਼ਰਵਿੰਗ benchmarking platform that enables rigorous evaluation of AI models using diverse real world health data without sharing underlined। Basically ਇਹਦੇ ਵਿੱਚ ਪ੍ਰਾਈਵੇਸੀ ਤੇ ਫੋਕਸ ਕੀਤਾ ਗਿਆ ਕਿ ਪ੍ਰਾਈਵੇਸੀ ਨੂੰ ਪ੍ਰੀਜ਼ਰਵ ਰੱਖਣਾ, ਕਿਉਂਕਿ ਬਹੁਤ ਸਾਰਾ ਡਾਟਾ ਜੇ ਆਪਾਂ AI ਨੂੰ ਇੰਟੀਗ੍ਰੇਟ ਕਰ ਰਹੇ ਹਾਂ ਹੈਲਥ ਦੇ ਵਿੱਚ, ਸੋ ਆਪਣਾ ਬਹੁਤ ਸਾਰਾ ਡਾਟਾ ਇਹਦੇ ਵਿੱਚ ਜਾਊਗਾ, ਠੀਕ ਹੈ। ਉਸ ਡਾਟਾ ਨੂੰ ਪ੍ਰੀਜ਼ਰਵ ਕਰਕੇ ਰੱਖਣਾ ਇਹ ਮਕਸਦ ਹੈਗਾ ਬੋਧ ਦਾ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਨੈਸ਼ਨਲ ਲਾਰਜ ਸੋਲਰ ਟੈਲੀਸਕੋਪ। ਇਹ ਆਪਣਾ ਉਹਦੇ ਵਿੱਚ ਬਜਟ ਦੇ ਵਿੱਚ ਵੀ ਮੈਂਸ਼ਨ ਸੀਗਾ ਐਂਡ ਰੀਸੈਂਟ ਨਿਊਜ਼ ਦੇ ਵਿੱਚ ਵੀ ਆਇਆ ਸੀਗਾ। ਸੋ ਯੂਨੀਅਨ ਬਜਟ ਦੇ ਵਿੱਚ ਗੌਰਮੈਂਟ ਨੇ ਸੈਂਕਸ਼ਨ ਕੀਤਾ ਸੀਗਾ 2 ਨਏ ਟੈਲੀਸਕੋਪ ਲਈ ਬਜਟ ਸੈਂਕਸ਼ਨ ਕੀਤਾ ਸੀਗਾ। ਉਹਨਾਂ ਦਾ ਨਾਮ ਸੀਗਾ ਇੱਕ ਤਾਂ NLST ਜੋ ਆਪਾਂ ਵੇਖ ਰਹੇ ਨੈਸ਼ਨਲ ਲਾਰਜ ਸੋਲਰ ਟੈਲੀਸਕੋਪ, ਜੋ ਸਨ ਦੀ ਸਟੱਡੀ ਕਰੂਗਾ ਪੈਂਕੋਂਗ ਤਸੋ ਲੇਕ ਦੇ ਵਿੱਚ ਜੋ ਕਿ ਲਦਾਖ ਦੇ ਵਿੱਚ ਹੈਗੀ ਆ। ਐਂਡ ਇੱਕ ਸੈਂਕਸ਼ਨ ਕੀਤਾ ਸੀਗਾ ਨੈਸ਼ਨਲ ਲਾਰਜ ਓਪਟੀਕਲ ਨੀਅਰ ਇਨਫਰਾਰੈਡ ਟੈਲੀਸਕੋਪ ਜੋ ਕਿ ਹੈਨਲੇ ਲਦਾਖ ਦੇ ਵਿੱਚ ਬਣਾਇਆ ਜਾਊਗਾ, ਠੀਕ ਹੈ ਜੀ। ਸੋ ਇਹਨਾਂ ਦੀ ਲੋਕੇਸ਼ਨ ਇੰਪੋਰਟੈਂਟ ਹੈਗੀ ਹੈ। ਪਰਪਸ ਕੀ ਹੈਗਾ? ਟੂ ਸਟੱਡੀ ਦਾ ਸਨ ਐਂਡ ਓਰੀਜਨ ਆਫ ਯੂਨੀਵਰਸ। ਕਰੰਟਲੀ ਜੇ ਆਪਾਂ ਗੱਲ ਕਰੀਏ ਤਾਂ ਕੋਡਾਈਕਨਾਲ ਸੋਲਰ ਓਬਜ਼ਰਵੇਟਰੀ ਆਲਰੇਡੀ ਵਰਕਿੰਗ ਹੈ ਤਮਿਲਨਾਡੂ ਦੇ ਵਿੱਚ ਐਂਡ ਉਦੈਪੁਰ ਸੋਲਰ ਓਬਜ਼ਰਵੇਟਰੀ, ਇਹ ਦੋਨੋਂ ਓਪਰੇਸ਼ਨਲ ਨੇ। ਉਦੈਪੁਰ ਕਿੱਥੇ ਹੈ? ਰਾਜਸਥਾਨ ਦੇ ਵਿੱਚ। ਨੈਕਸਟ ਨਿਊਜ਼ ਮਾਈਕਰੋਸੋਫਟ ਐਲੀਵੇਟ ਫॉर ਐਜੂਕੇਟਰਸ ਇਨ ਇੰਡੀਆ, ਠੀਕ ਹੈ ਜੀ। ਸੋ ਇਹਦੇ ਵਿੱਚ ਬੇਸਿਕਲੀ ਜੋ ਮਾਈਕਰੋਸੋਫਟ ਕੰਪਨੀ ਹੈ ਉਹ ਇੰਡੀਆ ਦੇ 20 ਲੱਖ ਟੀਚਰਸ ਨੂੰ ਟ੍ਰੇਨ ਕਰੂਗੀ ਐਕਰੋਸ ਦੀ 2 ਲੱਖ ਐਜੂਕੇਸ਼ਨਲ ਇੰਸਟੀਟਿਊਟ ਬਾਈ 2030 ਇਨ ਦਾ ਯੂਜ਼ ਆਫ AI ਫॉर ਕਲਾਸਰੂਮ ਟੀਚਿੰਗ। ਸੋ ਕਲਾਸਰੂਮ ਟੀਚਿੰਗ ਦੇ ਵਿੱਚ ਤੁਸੀਂ AI ਨੂੰ ਕਿਵੇਂ ਯੂਜ਼ ਕਰਨਾ ਗਾ, ਠੀਕ ਹੈ। ਉਹਦੇ ਲਈ 2 ਲੱਖ ਇੰਸਟੀਟਿਊਸ਼ਨਸ ਦੇ 20 ਲੱਖ ਟੀਚਰਸ ਨੂੰ ਟ੍ਰੇਨ ਕੀਤਾ ਜਾਊਗਾ ਬਾਏ ਮਾਈਕਰੋਸੋਫਟ ਅੰਡਰ ਦਿਸ ਪ੍ਰੋਗਰਾਮ ਮਾਈਕਰੋਸੋਫਟ ਐਲੀਵੇਟ ਫॉर ਐਜੂਕੇਟਰਸ ਇਨ ਇੰਡੀਆ। ਨੈਕਸਟ ਇਜ਼ railway switches to AI enabled apps to address grievances and manage crowd better। ਸੋ ਰੇਲਵੇ ਵੀ ਜੋ ਆ ਉਹ AI ਦਾ ਕਾਫੀ ਯੂਜ਼ ਕਰ ਰਹੇ ਨੇ।
ਉਹਦੇ ਵਿੱਚ ਵੀ ਕਾफ़ी ਐਪਸ ਜੋ ਹੈ ਬਣਾਈ ਜਾ ਰਹੀਆਂ ਨੇ। ਉਹਦੇ ਹੀ ਦੋ ਐਪ ਆਪਾਂ ਦੇਖ ਲੈਂਦੇ। ਇੱਕ ਤਾਂ ਰੇਲ ਮਦਦ ਲਾਂਚ ਕੀਤੀ ਗਈ ਹੈ, ਇਹ ਹੈਗੀ ਹੈ ਗ੍ਰੀਵੈਂਸਿਸ ਰਿਡਰੈਸ, ਯਾਨੀ ਕਿ ਕਿਸੇ ਦੀ ਕੋਈ ਕੰਪਲੇਂਟ ਆਉਂਦੀ ਹੈ ਉਹਨੂੰ ਰਿਡਰੈਸ ਕਰਨ ਲਈ, ਉਹਨੂੰ ਸੋਲਵ ਕਰਨ ਲਈ ਜੋ ਹੈ ਰੇਲ ਮਦਦ ਐਪ ਹੈਗੀ ਆ। ਐਂਡ ਇੱਕ ਕੋਚ ਮਿੱਤਰਾ ਐਪ ਹੈਗੀ ਆ, ਇਹ ਹਾਊਸ ਕੀਪਿੰਗ ਸਰਵਿਸਿਜ਼ ਲਈ ਜੋ ਹੈ ਐਪ ਬਣਾਈ ਗਈ ਹੈ। ਨੈਕਸਟ ਇਜ਼ 54th ਰੋਜ਼ ਫੈਸਟੀਵਲ, ਇਹ ਚੰਡੀਗੜ੍ਹ ਦੇ ਵਿੱਚ ਹੋ ਰਿਹਾ। ਸੋ ਚੰਡੀਗੜ੍ਹ ਦੇ ਵਿੱਚ ਹਰ ਸਾਲ ਜੋ ਰੋਜ਼ ਫੈਸਟੀਵਲ ਹੁੰਦਾ ਹੈਗਾ ਰੋਜ਼ ਗਾਰਡਨ ਦੇ ਵਿੱਚ, ਠੀਕ ਹੈ। ਐਂਡ ਕਿਹੜਾ ਐਡੀਸ਼ਨ ਸੀਗਾ 54th, ਇਹ ਤੁਸੀਂ ਯਾਦ ਰੱਖਣਾ। ਐਂਡ ਥੀਮ ਬਹੁਤ ਇੰਪੋਰਟੈਂਟ ਹੈ, ਥੀਮ ਸੀਗੀ ਜ਼ੀਰੋ ਵੇਸਟ, ਇਹ ਤੁਸੀਂ ਯਾਦ ਰੱਖਿਓ। ਉਸ ਤੋਂ ਬਾਅਦ ਲੇਕ ਬਾਈਕਲ ਨਿਊਜ਼ ਦੇ ਵਿੱਚ ਸੀਗੀ, ਲੇਕ ਬਾਈਕਲ ਕਿੱਥੇ ਹੈ, ਰਸ਼ੀਆ ਦੇ ਵਿੱਚ ਹੈ। ਬਸ ਇੰਨਾ ਹੀ ਫੈਕਟ ਤੁਸੀਂ ਯਾਦ ਰੱਖਣਾ ਗਾ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਕੂਨੋ ਨੈਸ਼ਨਲ ਪਾਰਕ। ਕੂਨੋ ਨੈਸ਼ਨਲ ਪਾਰਕ ਕਿੱਥੇ ਹੈ, ਐਮਪੀ ਦੇ ਵਿੱਚ ਹੈਗਾ। ਇਹ ਨਿਊਜ਼ ਦੇ ਵਿੱਚ ਕਿਉਂ ਸੀਗਾ, ਉੱਥੇ ਜੋ ਚੀਤਾ ਸੀਗੀ ਉਹਨਾਂ ਨੇ ਆਈ ਥਿੰਕ ਚੀਤਾ ਦੇ ਵਿੱਚ ਉੱਥੇ ਇੱਕ ਪੋਪੂਲੇਸ਼ਨ ਜੋ ਹੈ ਉੱਥੇ ਵਧੀ ਹੈ। ਜੋ ਫੀਮੇਲ ਚੀਤਾ ਹੈ ਉਹਨਾਂ ਨੇ 3 ਕਬਸ ਨੂੰ ਜੋ ਉੱਥੇ ਬਰਥ ਦਿੱਤਾ ਗਿਆ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਸੋ ਟੋਟਲ ਜੋ ਹੈ ਇੰਡੀਆ ਦੇ ਵਿੱਚ ਹੁਣ 48 ਚੀਤਾਸ ਹੋ ਗਏ ਨੇ। ਪ੍ਰੋਜੈਕਟ ਚੀਤਾ ਜੋ ਹੈ ਉਹ ਲਾਂਚ ਕੀਤਾ ਸੀਗਾ 2022 ਦੇ ਵਿੱਚ, ਜਿਹਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਇੰਡੀਆ ਜੋ ਹੈ ਉਹ ਨਾਮੀਬੀਆ ਤੋਂ ਚੀਤਾਸ ਨੂੰ ਟਰਾਂਸਲੋਕੇਟ ਕਰੂਗੀ ਕੂਨੋ ਨੈਸ਼ਨਲ ਪਾਰਕ ਦੇ ਵਿੱਚ, ਠੀਕ ਹੈ ਜੀ। ਸੋ ਨਿਊਜ਼ ਦੇ ਵਿੱਚ ਸਿਰਫ ਇੰਨਾ ਯਾਦ ਰੱਖਣਾ ਕਿ ਪ੍ਰੋਜੈਕਟ ਚੀਤਾ ਕੀ ਹੈਗਾ, ਕਦੋਂ ਲਾਂਚ ਹੋਇਆ ਸੀਗਾ, ਕਿਹੜੀ ਕੰਟਰੀ ਤੋਂ ਆਪਾਂ ਚੀਤਾ ਲੈ ਕੇ ਆਏ ਸੀਗੇ, ਐਂਡ ਕੂਨੋ ਨੈਸ਼ਨਲ ਪਾਰਕ ਜੋ ਕਿ ਐਮਪੀ ਦੇ ਵਿੱਚ ਹੈਗਾ। ਇਹ ਫੈਕਟ ਤੁਸੀਂ ਯਾਦ ਰੱਖਣਾ ਹੈ। ਨੈਕਸਟ ਨਿਊਜ਼, India attends Donald Trump's Gaza board meeting as observer in Washington DC। ਸੋ ਅਗੇਨ ਉਹੀ ਜੋ ਆਪਾਂ ਪਹਿਲਾਂ ਨਿਊਜ਼ ਦੇ ਵਿੱਚ ਦੇਖਿਆ ਸੀਗਾ ਕਿ ਗਾਜ਼ਾ ਦੇ ਵਿੱਚ ਕਾਫੀ ਜ਼ਿਆਦਾ ਵਾਇਲੈਂਸ ਹੋਈ ਹੈ। ਉੱਥੇ ਪੀਸ ਬਣਾਉਣ ਲਈ ਜਾਂ ਫਿਰ ਉੱਥੇ ਇਨਫਰਾਸਟਰਕਚਰ ਸਪੋਰਟ ਕਰਨ ਲਈ ਜੋ ਹੈ UAE ਨੇ ਵੀ ਆਪਣਾ ਇਨੀਸ਼ੀਏਟਿਵ ਲਾਂਚ ਕੀਤਾ, ਐਂਡ ਡੋਨਾਲਡ ਟਰੰਪ ਨੇ ਵੀ ਆਪਣਾ ਇਨੀਸ਼ੀਏਟਿਵ ਲਾਂਚ ਕੀਤਾ ਗਾ। ਐਂਡ ਇਹਦੇ ਵਿੱਚ ਜੋ ਇੰਡੀਆ ਸੀਗਾ ਉਹਨੇ ਅਟੈਂਡ ਕੀਤਾ ਇਸ ਮੀਟਿੰਗ ਨੂੰ ਐਜ਼ ਅ ਓਬਜ਼ਰਵਰ। ਕਿੱਥੇ ਹੋਈ ਸੀ ਮੀਟਿੰਗ, ਵਾਸ਼ਿੰਗਟਨ DC ਦੇ ਵਿੱਚ। ਨੈਕਸਟ ਨਿਊਜ਼ ਇਜ਼ ਸਟ੍ਰੇਟ ਆਫ ਹੋਰਮੁਜ਼, ਇਹ ਈਰਾਨ ਨੇ ਕਲੋਜ਼ ਕੀਤੀ ਹੈ। ਐਂਡ ਕਲੋਜ਼ ਕਿਉਂ ਕੀਤੀ ਹੈ, ਬਿਕੋਜ਼ ਈਰਾਨ ਅਤੇ US ਦੇ ਵਿੱਚ ਕਾਫੀ ਟਸਲਸ ਚੱਲ ਰਹੀਆਂ ਨੇ। ਇਹਦੀ ਲੋਕੇਸ਼ਨ ਆਪਣੇ ਲਈ ਇੰਪੋਰਟੈਂਟ ਹੈਗੀ ਆ। ਸੋ ਤੁਸੀਂ ਵੇਖ ਸਕਦੇ ਹੋ ਆਪਣਾ ਈਰਾਨ ਹੈਗਾ, ਇਹ ਓਮਾਨ ਹੈਗਾ, ਇਹ ਆਪਣਾ UAE ਹੈਗਾ। ਇੱਥੇ ਆਪਣਾ ਪਰਸ਼ੀਅਨ ਗਲਫ ਹੈ, ਇੱਥੇ ਗਲਫ ਆਫ ਓਮਾਨ ਐਂਡ ਇੱਥੇ ਅਰੇਬੀਅਨ ਸੀ ਹੈ। ਇੱਥੇ ਆਪਣੀ ਲਾਈਕ ਕਰਦੀ ਹੈ ਸਟ੍ਰੇਟ ਆਫ ਹੋਰਮੁਜ਼, ਕਾਫੀ ਇੰਪੋਰਟੈਂਟ ਹੈ ਟ੍ਰੇਡ ਪਰਪਸ ਨਾਲ, ਕਿਉਂਕਿ ਜੋ ਮੇਜਰ ਸੀ ਦਾ ਟ੍ਰੇਡ ਹੁੰਦਾ 1/3 ਸੀ ਦਾ ਟ੍ਰੇਡ ਜੋ ਓਇਲ ਦਾ ਜੋ ਟ੍ਰੇਡ ਹੁੰਦਾ ਸੀ ਦੇ ਰੂਟ ਤੋਂ, ਉਹ ਇਸੇ ਸਟ੍ਰੇਟ ਆਫ ਹੋਰਮੁਜ਼ ਤੋਂ ਹੁੰਦਾ ਗਾ। ਐਂਡ ਉਹ ਜੋ ਈਰਾਨ ਨੇ ਕਲੋਜ਼ ਕਰਤੀ ਹੈ, ਠੀਕ ਹੈ ਜੀ। ਸੋ ਇਸ ਕਰਕੇ ਆਪਣੇ ਲਈ ਇੰਪੋਰਟੈਂਟ ਹੈਗੀ, ਯਾਦ ਰੱਖਿਓ। ਆਵਰ ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਨੈਸ਼ਨਲ ਮੋਨੇਟਾਈਜੇਸ਼ਨ ਪਾਈਪਲਾਈਨ 2.0, ਜੋ ਕਿ ਰੀਸੈਂਟਲੀ ਲਾਂਚ ਕੀਤੀ ਹੈ ਆਪਣੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ, ਠੀਕ ਹੈ ਜੀ। ਸੋ ਇਸ ਨਿਊਜ਼ ਬਾਰੇ ਆਪਾਂ ਦੇਖ ਲੈਂਦੇ ਹਾਂ। The Finance Minister Nirmala Sitharaman launched the National Monetization Pipeline with proceeds from asset monetization seen at 16.72 lakh crore over the 5 years started from April 2025। So 5 year ਲਈ ਜੋ ਹੈ ਇਹ ਪਾਈਪਲਾਈਨ ਜੋ ਨੈਸ਼ਨਲ ਮੋਨੇਟਾਈਜੇਸ਼ਨ ਪਾਈਪਲਾਈਨ 2.0 ਚਲਾਈ ਜਾਊਗੀ। ਐਂਡ ਇਹਦਾ ਪਰਪਸ ਕੀ ਹੈਗਾ ਕਿ ਐਸੈਟ ਨੂੰ ਆਪਣੇ ਮੋਨੀਟਾਈਜ਼ ਕਰਨਾ, ਠੀਕ ਹੈ। ਜਿਵੇਂ ਆਪਾਂ ਡਿਸਇਨਵੈਸਟਮੈਂਟ ਵੇਖਦੇ ਹਾਂ, ਉਹੋ ਜਿਹਾ ਹੀ ਇਹਦਾ ਪਰਪਸ ਹੈਗਾ ਕਿ ਗੌਰਮੈਂਟ ਜੋ ਹੈ ਉਹ ਪੈਸਾ ਲੈਣਾ ਚਾਹੁੰਦੀ ਹੈ। ਇਹਦੇ ਵਿੱਚ 16.72 ਲੱਖ ਕਰੋੜ ਦੀ ਡਿਸਇਨਵੈਸਟਮੈਂਟ ਕੀਤੀ ਜਾਊਗੀ, ਯਾਨੀ ਕਿ ਜੋ ਗੌਰਮੈਂਟ ਦੀ ਕੰਪਨੀਜ਼ ਹੈਗੀਆਂ ਨੇ ਉਹਨਾਂ ਦੇ ਜੋ ਸ਼ੇਅਰਸ ਹੈ ਉਹ ਵੇਚੇ ਜਾਣਗੇ, ਠੀਕ ਹੈ ਜੀ। ਸੋ 2025 ਤੋਂ ਲੈ ਕੇ 2030 ਤੱਕ ਗੌਰਮੈਂਟ ਦਾ ਟਾਰਗੇਟ ਹੈਗਾ 16.72 ਲੱਖ ਕਰੋੜ ਰੁਪਇਆ ਇਕੱਠਾ ਕਰਨਾ, ਠੀਕ ਹੈ। ਇਸ ਤੋਂ ਬਾਅਦ ਇਹ 2.0 ਹੈਗਾ ਤਾਂ 1.0 ਵੀ ਕਿਤੇ ਆਇਆ ਹੋਊਗਾ। ਸੋ ਉਹ ਲਾਂਚ ਹੋਇਆ ਸੀਗਾ 2021 ਦੇ ਵਿੱਚ। ਉਹਦਾ ਪਰਪਸ ਕੀ ਸੀਗਾ ਕਿ ਜੋ ਵੀ ਗੌਰਮੈਂਟ ਦੀ ਸਿੱਖ PSUs ਹੈਗੀਆਂ ਜੋ ਕਿ ਕੰਮ ਨਹੀਂ ਕਰ ਰਹੀਆਂ ਨੇ, ਜਿਹਦੇ ਇਫੈਕਟਿਵ ਨਹੀਂ ਹੈਗੀਆਂ, ਉਹਨਾਂ ਨੂੰ ਸੇਲ ਆਊਟ ਕਰਨਾ, ਉਦੋਂ ਪ੍ਰੋਸੀਡਸ ਲੈਣਾ, ਠੀਕ ਹੈ ਜੀ, ਉਹਨਾਂ ਤੋਂ ਪੈਸਾ ਲੈਣਾ। ਨੈਕਸਟ ਇਜ਼ ਬਾਫਤਾ ਫਿਲਮ ਅਵਾਰਡਸ 2026 ਅਨਾਊਂਸ ਹੋਏ ਨੇ, ਕਾਫੀ ਇੰਪੋਰਟੈਂਟ ਆਪਣੇ ਲਈ। ਐਂਡ ਇਸ ਵਾਰ ਜੋ ਬੈਸਟ ਚਿਲਡਰਨ ਐਂਡ ਫੈਮਿਲੀ ਫਿਲਮ ਜੋ ਦਾ ਅਵਾਰਡ ਮਿਲਿਆਗਾ ਉਹ ਬੂੰਗ ਨੂੰ ਮਿਲਿਆਗਾ। ਐਂਡ ਬੂੰਗ ਜੋ ਮਨੀਪੁਰੀ ਲੈਂਗੁਏਜ ਦੀ ਫਿਲਮ ਹੈ ਜਿਹਨੂੰ ਡਾਇਰੈਕਟ ਕੀਤਾ ਗਾ ਲਕਸ਼ਮੀ ਪ੍ਰਿਆ ਦੇਵੀ, ਕਾਫੀ ਇੰਪੋਰਟੈਂਟ ਹੈ ਐਂਡ ਕਾਫੀ ਚਾਂਸਿਸ ਹੈ ਐਗਜ਼ਾਮ ਦੇ ਵਿੱਚ ਆਉਣ ਦੇ। ਉਸ ਤੋਂ ਬਾਅਦ ਬਾਕੀ ਕੈਟਾਗਰੀਜ਼ ਵੀ ਤੁਸੀਂ ਇੱਥੇ ਵੇਖ ਸਕਦੇ ਹੋ ਇੰਪੋਰਟੈਂਟ ਆਪਣੇ ਲਈ। ਬੈਸਟ ਫਿਲਮ ਦਾ ਅਵਾਰਡ ਦਿੱਤਾ ਗਿਆ ਵਨ ਬੈਟਲ ਆਫਟਰ ਅਨਦਰ ਨੂੰ। ਬੈਸਟ ਡਾਇਰੈਕਟਰ ਵੀ ਇਹੀ ਨੇ, ਪੋਲ ਥੋਮਸ ਐਂਡਰਸਨ, ਜਿਨ੍ਹਾਂ ਨੇ ਇਹ ਫਿਲਮ ਡਾਇਰੈਕਟ ਕੀਤੀ ਹੈ। ਆਊਟਸਟੈਂਡਿੰਗ ਬ੍ਰਿਟਿਸ਼ ਫਿਲਮ ਹੈਮਨੈਟ ਨੂੰ ਦਿੱਤਾ ਗਿਆ। ਲੀਡਿੰਗ ਐਕਟਰ ਤੁਸੀਂ ਇੱਥੇ ਵੇਖ ਲਿਓ, ਸਪੋਰਟਿੰਗ ਐਕਟਰ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਸਪੋਰਟਿੰਗ ਵਾਲੇ ਰਹਿਣ ਦਿਓ। ਬਾਕੀ ਇਹਦੇ ਵਿੱਚ ਡਾਕੂਮੈਂਟਰੀ ਤੁਸੀਂ ਵੇਖ ਲਿਓ, ਮਿਸਟਰ ਨੋਬਡੀ ਅਗੇਂਸਟ ਪੁਤਿਨ, ਓਰੀਜਨਲ ਸਕੋਰ ਸਿਨਰਸ ਐਂਡ ਬੈਸਟ ਚਿਲਡਰਨ ਫਿਲਮ ਫੈਮਿਲੀ ਫਿਲਮ ਇਜ਼ ਬੂੰਗ, ਠੀਕ ਹੈ। ਇਹਦੇ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਪਣੇ ਲਈ ਹੈਗਾ
क्योंकि इंडिया दी हैगी है तो ये वाली कैटेगरी। उस तो बाद बेस्ट फिल्म याद रखना है, डायरैक्टर याद रखना है, लीडिंग एक्टर ते एक्ट्रेस तुसी याद रखने ने। नैक्सट इज साका नकोदर डे। ठीक है जी, साका नकोदर डे पंजाब तो रिलेटेड न्यूज़ हैगी आ एंड पंजाब के एग्जाम्स के काफ़ी चांसिस है कि क्वेश्चन आऊगा। सो सिटी ऑफ स्टोकटन इन कैलीफोर्निया प्रोक्लेम्ड 4 फरवरी एज साका नकोदर डे। ठीक है जी, जो स्टोकटन हैगी है कैलीफोर्निया यूएस ਦੇ ਵਿੱਚ ਉਹਨਾਂ ਨੇ 4 ਫਰਵਰੀ ਨੂੰ ਸਾਕਾ ਨਕੋਦਰ ਡੇ ਨੂੰ 4 ਫਰਵਰੀ ਨੂੰ ਸਾਕਾ ਨਕੋਦਰ ਡੇ ਪ੍ਰੋਕਲੇਮ ਕੀਤਾਗਾ। ਐਂਡ ਕਿਉਂ ਕੀਤਾਗਾ? ਕਿਉਂਕਿ 40 ਸਾਲ ਪਹਿਲਾਂ 1986 ਦੇ ਵਿੱਚ 4 ਸਿੱਖ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਦੀਰ ਸਿੰਘ ਐਂਡ ਜਿਲਮਨ ਸਿੰਘ। ਇਹ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀਗੇ ਕਿਉਂਕਿ ਉਸ ਟਾਈਮ ਤੇ ਜੋ ਆਪਣੇ ਰਿਲੀਜੀਅਸ ਸਕ੍ਰਿਪਚਰਸ ਹੈਗੇ ਆ ਉਹਨਾਂ ਦੇ ਜੋ ਹੈ ਡਿਸਰਿਸਪੈਕਟ ਹੋਈ ਸੀਗੀ। ਸੋ ਉਹਦੇ ਲਈ ਇਹ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਐਂਡ ਪੁਲਿਸ ਨੇ ਉੱਥੇ ਫਾਇਰਿੰਗ ਕਰਤੀ ਸੀ ਜਿਹਦੇ ਵਿੱਚ ਇਹ 4 ਪਰਸਨ ਜੋ ਕਿ ਅਨਆਰਮਡ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ। ਸੋ ਇਸੇ ਚੀਜ਼ ਨੂੰ ਦਿਖਾਉਣ ਲਈ ਜੋ ਹੈ ਇਹਦੇ ਚੀਜ਼ ਲਈ ਅਵੇਅਰਨੈਸ ਲਈ ਜੋ ਹੈ 4 ਫਰਵਰੀ ਨੂੰ ਸਾਕਾ ਨਕੋਦਰ ਡੇ ਜੋ ਹੈ ਉਹ ਰੱਖਿਆ ਜਾਊਗਾ। ਨੈਕਸਟ ਇਜ਼ राजाजी स्टैचू रिप्लेस्ड एडमिन ल्यूटेंस एज एट राष्ट्रपति भवन। सो राष्ट्रपति भवन ते पहले एडमिन ल्यूटेंस मैनू कॉमेंट सैक्शन दे विच दस्सिओ उन्होंने की कीता सीगा। इन्हां दा स्टैचू हुंदा सीगा, इनू रिप्लेस करता हुण राजा जी स्टैचू दे नाल। ठीक है जी, सो आपां देख लैंदे आ चक्रवर्ती राजगोपालचारी या फिर सी राजगोपालचारी भी आपां कह दिंदे आ। काफ़ी फेमस परसनैलिटी रही अपने इंडियन हिस्टरी दे विच। ये इंडिया दे फर्स्ट इंडियन गवर्नर जनरल ऑफ इंडिपेंडेंट इंडिया सीगे। सो इंडिपेंडेंस तो बाद जो इंडियन फर्स्ट गवर्नर जनरल बने हैं वो सी राजगोपालचारी सीगे एंड ये लास्ट गवर्नर जनरल भी सीगे। इन्हों तो पहले माउंट बेटन सीगे, माउंट बेटन तो बाद जो है सी राजगोपालचारी जो अपने लास्ट गवर्नर जनरल बने सीगे इंडिया के। ठीक है जी, एंड इन्हों का एक निकनेम तुसीं याद रखियो, इन्होंने मैंगो ऑफ सैलेम भी कहा जाता। एंड पहला भी आप न्यूज़ कवर की है सैलेम सागो कितों का GI टैग सीगा, तमिलनाडु का। सो इसका मतलब की है कि जो सी राजगोपालचारी सीगे किहड़े स्टेट तो बिलोंग करते सीगे, ये तमिलनाडु तो बिलोंग करते सीगे। नैक्सट इज़ बुक हैगी है द लीजेंड ऑफ 1972 लाइफ हॉकी एंड बियॉन्ड। किन्हों ने लिखी है? कुलदीप सिंह भोगाल ने, याद रखियो। उस तो बाद पंजाब क्राफ्ट मेला जो शीश महल दे विच होऊगा। शीश महल कित्थे है? पटियाला दे विच। नैक्सट इज़ एंड लास्ट न्यूज़ अपनी हैगी है प्रहार। प्रहार इंडिया का फर्स्ट काउंटर टैरर पॉलिसी हैगी है। ठीक है जी, सो ये एक फ्रेमवर्क गौरमेंट ने तैयार किया गा जिहदा बेस होगा जीरो टॉलरेंस टूवर्ड्स टैररिज्म, इंटैलीजेंस लैड प्रिवेंशन एंड कोऑर्डिनेटेड रिस्पॉन्स टू एक्सट्रीमिस्ट वायलेंस। सिर्फ तुसी इन्ना याद रखना है कि जो प्रहार हैगा वो की हैगा। सो ऑप्शन दे विच तुहानूं मिल जाऊगा काउंटर टैरर पॉलिसी हैगी है इंडियन गौरमेंट की। ठीक है जी, सो ये अपनी अज की न्यूज़ है, कुछ इंपोर्टेंट बहुत इंपोर्टेंट न्यूज़ है, सो तुसी याद रखियो। एंड जो मैं कहनी भी कॉमेंट सैक्शन दे विच तुसी आंसर जरूर कराया करो बिकॉज पार्टिसिपेशन इज द के जिन्ना तुसी पार्टिसिपेट करोगे उन्ना ज़्यादा तुहानूं फायदा होगा। उस तो बाद अपनी वैबसाइट है www.sangharsh.com एंड जे तुसी ये PDF लेना चाहते हो तो अपना टैलीग्राम चैनल है, मैं डिस्क्रिप्शन के भी लिंक पा दाँगी, इन्हूं ज्वाइन कर लियो। संघर्ष अकेडमी PDFs एंड जॉब अपडेट्स। सो थैंक यू सो मच फॉर वॉचिंग, हैव अ गुड डे।